पंजाब टीवी देख रहे सारे दर्शकों का मैं मेगा प्रोग्राम आरोग्य जीवन दे विच स्वागत करते हैं। अपने आप को सेहतमंद रखना, तंदुरुस्त रखना बहुत जरूरी है, क्योंकि पैसे खर्च के असी दवाइयां तो खरीद सकते हैं पर सेहत कभी भी नहीं खरीद सकते। जे असी सेहतमंद हैं ਤਾਂ ਹੀ ਅਸੀਂ ਦੁਨੀਆ ਦੀ हर चीज़ का आनंद ले सकते हैं। तो सेहत बारे गलबात करने ਲਈ ਅਸੀਂ ਆਪਣੇ पंजाब टीवी के स्टूडियो ਦੇ ਵਿੱਚ खास तौर ਤੇ बुलाया हरमिंदर दुलोवाल जी ਨੂੰ। हरमिंदर जी वैजीटेरियन बॉडी बिल्डर ने ते फिटनेस इंटरनेशनल फैडरेशन के प्रेजिडेंट ने। बहुत बहुत इन्हों का पंजाब टीवी के स्टूडियो के स्वागत करते हैं। सत श्री अकाल जी। सत श्री अकाल। सत श्री अकाल जी। प्रोग्राम की शुरुआत करते हैं तो एक पखदा होया सवाल जिहड़ा अक्सर नौजवानों के मन दे विच भी हुंदा है कि स्टेरॉइड्स है ना, कि स्टेरॉइड्स असीं लईए तो साडी बॉडी छेती बन जाएगी। गल करांगे, पर पहले डिफरेंस की है सप्लीमेंट ते स्टेरॉइड्स दे विच? देखो तुहाडा सवाल बड़ा जैनुइन बड़ा पुछया जांदा, तो हर एक माँ प्यो की यह या बच्चे की यह मतलब लालसा हुंदी कि मैनूं स्टीरॉइड बारे या सप्लीमेंट बारे ये लग रहा कि वो दोने इक्को ही चीज़ां हैं। जी जी, क्योंकि दोने मार्केट बड़ी ईजीली अज की डेट अवेलेबल है। तो जे मैं तुहानूं आसान शब्दां च कहां, स्टीरॉइड ते ਜਿਹੜੇ ਸਪਲੀਮੈਂਟ ਆ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਅੱਛਾ, ਨੋ ਡਾਊਟ ਦੋਨੇ ਇਨਸਾਨ ਦੁਆਰਾ ਬਣਾਏ ਗਏ ਆ, ਪਰ ਜਿਹੜੇ ਸਟੀਰੋਇਡ ਆ ਉਹ ਇੱਕ ਮੈਡੀਸਨ ਆ, ਟੋਟਲੀ ਮੈਡੀਸਨ। ਡਾਕਟਰ ਦੇ ਅੰਡਰ ਰਹਿ ਕੇ ਸਾਰਾ ਕੁਝ ਉਹ ਬਣਦਾ ਆ, ਇੱਕ ਡਾਕਟਰ ਦੀ ਟੀਮ ਉਹਨੂੰ ਬਣਾਉਂਦੀ ਆ। ਤੇ ਜਿਹੜੇ ਸਪਲੀਮੈਂਟ ਆ, ਜੇ ਅਸੀਂ ਇੰਡੀਅਨ ਸਪਲੀਮੈਂਟ ਦੀ ਗੱਲ ਕਰੀਏ, ਉਹਨਾਂ ਨੂੰ ਇੰਡੀਅਨ ਗਵਰਨਮੈਂਟ ਨੇ ਵੀ ਲਾਇਸੈਂਸ ਦਿੱਤਾ ਹੋਇਆ ਤੇ ਇੰਟਰਨੈਸ਼ਨਲ ਗਵਰਨਮੈਂਟ ਵੀ ਉਹਨੂੰ ਲਾਇਸੈਂਸ ਦਿੰਦੀਆਂ, ਉਹਨਾਂ ਨੂੰ ਵੈਰੀਫਾਈ ਕੀਤਾ ਹੁੰਦਾ। ਉਹ ਸਾਡੇ ਫੂਡ ਦਾ ਹੀ ਪਾਰਟ ਆ। ਬਟ ਆਮ ਸਮਾਜ 'ਚ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਇਹਦਾ ਡਿਫਰੈਂਸ ਨਹੀਂ ਸਮਝਾਇਆ ਜਾਂਦਾ। ਉਹਨਾਂ ਨੂੰ ਸਿਰਫ ਇਹੀ ਕਿਹਾ ਜਾਂਦਾ ਕਿ ਇਹ ਦੋਨੇ, ਉਹਨਾਂ ਦੀ ਵੀ ਸੋਚ ਇਹ ਕਿ ਇਹ ਦੋਨੇ ਇੱਕੋ ਹੀ ਆ। ਕਿਉਂਕਿ ਇਹ ਹੁੰਦਾ ਕੀ ਹੈ, ਜਦੋਂ ਅਸੀਂ ਸਪਲੀਮੈਂਟ ਯੂਜ਼ ਕਰਦੇ ਹਾਂ, ਜਿੰਨੀ ਦੇਰ ਅਸੀਂ ਯੂਜ਼ ਕਰਦੇ ਸਾਡੀ ਬੋਡੀ ਉਸ ਜਗ੍ਹਾ 'ਤੇ ਰਹਿੰਦੀ, ਜਦੋਂ ਛੱਡਦੇ ਫਿਰ ਉੱਥੇ ਆ ਜਾਂਦੀ। ਤੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਇੱਕ ਮੈਡੀਸਨ ਸੀ, ਪਰ ਹੁੰਦਾ ਕੀ ਆ, ਸਾਡੀ ਬੋਡੀ ਬਣਾਉਣ ਨੂੰ ਸਪਲੀਮੈਂਟ ਦੇ ਵਿੱਚ 18 ਤੋਂ 20 ਤਰ੍ਹਾਂ ਦੇ ਅਮੀਨੋ ਐਸਿਡ ਆਉਂਦੇ। ਅਮੀਨੋ ਐਸਿਡ ਤੋਂ ਭਾਵ ਕਿ ਜਿਹੜੇ ਜਿਸ ਤਰ੍ਹਾਂ ਸਬਜ਼ੀ ਨੂੰ ਬਣਾਉਣ ਲਈ ਮਸਾਲਿਆਂ ਦੀ ਜ਼ਰੂਰਤ ਹੁੰਦੀ, ਇੱਦਾਂ ਸਰੀਰ ਨੂੰ ਬਣਾਉਣ ਲਈ ਤਰ੍ਹਾਂ ਦੇ ਅਮੀਨੋ ਐਸਿਡ ਹੁੰਦੇ ਆ। ਉਹਨਾਂ ਨੂੰ 18 ਤੋਂ 19 ਦੀ ਕਾਊਂਟਿੰਗ ਦਿੰਦੇ, ਜਿੰਨੀ ਦੇਰ ਉਹ ਬੋਡੀ ਨੂੰ ਮਿਲਦੇ ਆ। ਇੱਕ ਫੋਨ ਨੂੰ ਜਿੰਨੀ ਦੇਰ ਉਹਦੀ ਪਾਵਰ ਬੈਂਕ ਤੋਂ ਜਾਂ ਉਹਦੇ ਪਲੱਗ ਤੋਂ ਚਾਰਜਿੰਗ ਮਿਲਦੀ ਰਹੂਗੀ, ਉਹ ਚਾਰਜ ਰਹੂਗਾ, ਉਸ ਤੋਂ ਬਾਅਦ ਫਿਰ ਡਾਊਨ ਆ ਜਾਊਗਾ। ਇਟ ਮੀਨਸ ਇਹ ਨਹੀਂ ਹੋ ਜਾਣਾ ਕਿ ਉਹ ਫੋਨ ਨਕਲੀ ਆ। ਉਹਨੂੰ ਉਹਦੀ ਜਿੰਨੀ ਐਨਰਜੀ ਮਿਲੀ ਉਹਨੂੰ ਯੂਜ਼ ਕੀਤਾ। ਇੱਦਾਂ ਬੋਡੀ ਨੂੰ ਜਿੰਨੀ ਦੇਰ ਜਿਹੜੇ ਸਪਲੀਮੈਂਟ ਆ ਉਹ ਮਿਲੇ, ਜਦੋਂ ਤੁਸੀਂ ਛੱਡਤੇ ਬੋਡੀ ਆਪਣੀ ਜਗ੍ਹਾ 'ਤੇ ਆ ਗਈ। ਤੁਸੀਂ ਜਿੰਨੀ ਦੇਰ ਜੌਬ 'ਤੇ ਜਾਓਗੇ ਤੁਹਾਨੂੰ ਉਨੀ ਦੇਰ ਹੀ ਉਹਦੀ ਸੈਲਰੀ ਮਿਲੂਗੀ। ਜਿਸ ਦਿਨ ਤੁਸੀਂ ਨਹੀਂ ਜਾਂਦੇ, ਜਿੰਨੇ ਘੰਟੇ ਤੁਸੀਂ ਆਫ ਕਰਦੇ ਹੋ ਉਨੇ ਘੰਟੇ ਦੀ ਤੁਹਾਨੂੰ ਸੈਲਰੀ ਨਹੀਂ ਮਿਲਦੀ। ਇਸੇ ਤਰ੍ਹਾਂ ਹੀ ਸਪਲੀਮੈਂਟ ਆ, ਬੋਡੀ ਦੀ ਉਹ ਰਿਕੁਆਇਰਮੈਂਟ ਤੁਸੀਂ ਪੂਰੀ ਕਰ ਰਹੇ ਆ, ਬੋਡੀ ਦੀ ਜ਼ਰੂਰਤ ਪੂਰੀ ਕਰ ਰਹੇ ਆ ਤਾਂ ਉਹ ਰਿਜ਼ਲਟ ਦੇ ਰਿਹਾ। ਜੋ ਛੱਡ ਰਹੇ ਆ ਤਾਂ ਉਹ ਆਪਣੀ ਜਗ੍ਹਾ 'ਤੇ ਬੋਡੀ ਆ ਜਾਂਦੀ। ਤੇ ਉਹਨੂੰ ਫਿਰ ਸਪਲੀਮੈਂਟ ਦੀ ਬਜਾਏ ਲੋਕ ਮੈਡੀਸਨ ਦਾ ਨਾਮ, ਸਟੀਰੋਇਡ ਦਾ ਨਾਮ ਦੇਣ ਲੱਗ ਪਏ, ਜਦ ਕਿ ਸਟੀਰੋਇਡ ਕੀ ਹੈ, ਇੱਕ ਤਾਕਤ ਵਧਾਉਣ ਵਾਲੀ ਦਵਾਈ ਆ। ਉਹਨੂੰ ਸਾਇੰਸ ਨੇ ਕਿਉਂ ਬਣਾਇਆ ਕਿ ਇੱਕ ਜੈਂਟਸ ਦਾ ਇੱਕ ਹਾਰਮੋਨ ਹੁੰਦਾ ਟੈਸਟੋਸਟੀਰੋਨ, ਉਹਨੂੰ ਜ਼ਿਆਦਾ ਬਿਲਡਅਪ ਕਰ ਲਈ। ਕਿਸੇ ਬੰਦੇ ਦਾ ਕਿਸੇ ਇੰਜਰੀ 'ਚ, ਕਿਸੇ ਐਕਸੀਡੈਂਟ 'ਚ ਜਾਂ ਕਿਸੇ ਕਾਰਨ ਵਰਸ਼ ਉਹਦਾ ਆਪਰੇਟ ਹੋਇਆ, ਉਹਦੀ ਜਾਂ ਬੋਡੀ ਆਪਣੇ ਆਪ ਹਾਰਮੋਨ ਲੈਵਲ ਡਾਊਨ ਕਰ ਗਈ। ਡਾਕਟਰਾਂ ਨੇ ਸਹੀ ਮਾਇਨੇ 'ਚ ਉਹਨੂੰ ਇਸ ਲਈ ਬਣਾਇਆ ਸੀ। ਬਟ ਉਹਦੇ ਵਿੱਚ ਕੁਝ ਪ੍ਰੋਫੈਸ਼ਨਲ ਬੰਦੇ ਆ ਗਏ, ਜਿਸ ਤਰ੍ਹਾਂ ਕਿਸੇ ਵੀ ਗੇਮ ਨੂੰ ਲੈ ਕੇ, ਮੈਂ ਕਿਸੇ ਗੇਮ ਦਾ ਨਾਮ ਨਹੀਂ ਲਵਾਂਗਾ, ਕਿਸੇ ਵੀ ਸਪੋਰਟਸ ਨੂੰ ਲੈ ਕੇ, ਉਹ ਆਮ ਜਿਹੜਾ ਬੰਦਾ ਪਹਿਲਾਂ ਹੀ ਉਸ ਚੀਜ਼ ਨਾਲ ਲੋਡਡ ਸੀਗਾ, ਪਹਿਲਾਂ ਹੀ ਉਹ ਸਰੀਰ ਭਰਿਆ ਹੋਇਆ ਸੀ, ਤੁਸੀਂ ਉਸ ਬੰਦੇ ਨੂੰ ਸਟੀਰੋਇਡ ਦੋਗੇ, ਉਹ ਆਪਣੀ ਜਿਹੜਾ ਬੇਸ ਆ ਉਹ ਤੋਂ ਪਹਿਲਾਂ ਹੀ ਸਟਰੋਂਗ ਆ। ਜਦੋਂ ਉਹਨੂੰ ਬੇਸ ਤੋਂ ਜ਼ਿਆਦਾ ਡਾਈਟ ਇਹ ਚੀਜ਼ਾਂ ਮਿਲਣਗੀਆਂ, ਜ਼ਿਆਦਾ ਸਟੀਰੋਇਡ ਮਿਲੂਗਾ, ਉਹ ਆਪਣੇ ਆਪ ਅਪ ਆਊਗਾ। ਜਦੋਂ ਅਪ ਆਊਗਾ ਉਹਦੇ ਵਿੱਚ ਕੀ ਹੋਣਾ, ਐਨਰਜੀ ਲੈਵਲ। ਸਭ ਤੋਂ ਪਹਿਲਾਂ ਸਟੀਰੋਇਡ, ਜੇ ਕੋਈ ਇਹ ਸੋਚੇ, ਮੈਂ ਤੁਹਾਡੀ ਗੱਲ ਥੋੜ੍ਹੀ ਜਿਹੀ ਲੰਬੀ ਲੈ ਕੇ ਜਾਊਂਗਾ, ਕਿ ਇਹ ਸੋਚੇ ਕਿ ਸਟੀਰੋਇਡ ਯੂਜ਼ ਕਰਨ ਨਾਲ ਜਿਹੜਾ ਹੈਗਾ ਉਹ ਸਾਡੀ ਬੋਡੀ ਬਣ ਜੂਗੀ ਜਾਂ ਸਾਡਾ ਸਰੀਰ ਬਣ ਜੂਗਾ, ਇੱਦਾਂ ਨਹੀਂ ਹੋਣਾ। ਇੱਦਾਂ ਜੇ ਹੋਵੇ ਤਾਂ ਡਾਕਟਰਾਂ ਕੋਲ ਤਾਂ ਬਹੁਤ ਪੈਸਾ ਆ ਜਾਂ ਬਹੁਤ ਸਟੀਰੋਇਡ ਆ, ਉਹਨਾਂ ਨੂੰ ਹਰ ਚੀਜ਼ ਦੀ ਨੌਲੇਜ ਆ, ਉਹਨਾਂ ਕੋਲ ਪਰਮਾਰ ਆ। ਫਿਰ ਮੈਡੀਕਲ ਸਟੋਰ ਤੇ ਡਾਕਟਰ ਸਭ ਤੋਂ ਜ਼ਿਆਦਾ ਫਿੱਟ ਹੋਣ, ਉਹ ਕਿਉਂ ਨਹੀਂ ਫਿੱਟ? ਇਦਾਂ ਹੀ ਜਿੱਦਾਂ ਨੌਜਵਾਨ ਅੱਜ ਕੱਲ੍ਹ ਟੈਕਨੋਲੋਜੀ ਦਾ ਟਾਈਮ ਹੈ, ਫਾਸਟ ਜਲਦੀ ਚਾਹੀਦੀ ਹਰ ਚੀਜ਼। ਉਹ ਕਹਿੰਦੇ ਕਿ ਸਟੀਰੋਇਡਸ ਲੈ ਕੇ, ਜਿੱਦਾਂ ਬਾਲੀਵੁੱਡ ਤੋਂ ਬਹੁਤ ਪ੍ਰਭਾਵਿਤ ਹੈ, ਉਹਨਾਂ ਨੂੰ ਲੱਗਦਾ ਕਿ ਬਾਲੀਵੁੱਡ ਜਿਹੜੇ ਹੀਰੋਜ਼ ਆ ਸ਼ਾਇਦ ਬੋਡੀ ਸਟੀਰੋਇਡਸ ਖਾ ਕੇ ਨਹੀਂ ਵਧੀਆ ਬਣੇ। ਬਾਲੀਵੁੱਡ ਦੀ ਕੋਈ ਪਿਕਚਰ ਦੇਖਦੇ ਹੋ 2 ਤੋਂ 3 ਘੰਟਿਆਂ ਦੀ ਹੁੰਦੀ ਆ, ਅਸੀਂ 3 ਘੰਟਿਆਂ 'ਚ ਉਹਦੀ 3 ਸਾਲਾਂ ਦੀ ਜਾਂ 10 ਸਾਲਾਂ ਦੀ ਲਾਈਫ ਥੋੜੀ ਦੇਖ ਲੈਂਦੇ, ਰੋਜ਼ ਕੀ ਕਰ ਰਿਹਾ। ਅਸੀਂ ਅੱਜ ਕੈਮਰੇ ਦੇ ਅੱਗੇ ਆ, ਅਸੀਂ ਪਿੱਛੇ ਕੀ ਕਰ ਰਹੇ, ਅਸੀਂ ਅੱਗੇ ਕੀ ਕਰਨਾ, ਕਿਸੇ ਨੂੰ ਨਹੀਂ ਪਤਾ। ਅਸੀਂ ਸਿਰਫ ਇਹ ਦੇਖਦੇ ਹਾਂ ਕਿ ਉਹਦੀ ਬੋਡੀ ਸ਼ਾਇਦ ਇਸੇ ਨਾਲ ਬਣੀ। ਛੋਟੀ ਜਿਹੀ ਇੱਕ ਐਗਜ਼ਾਮਪਲ ਦਊਂਗਾ, ਅਸੀਂ ਸਾਰਾ ਦਿਨ ਘਰ ਤੋਂ ਬਾਹਰ ਰਹਿੰਦੇ, ਤੁਸੀਂ ਸਾਰਾ ਦਿਨ ਘਰ ਤੋਂ
ਬਾਹਰ ਰਹਿੰਦੇ, ਤੁਸੀਂ ਘਰ ਦੇ ਵਿੱਚ ਕੀ ਜਾਂ ਮੈਂ ਘਰ ਦੇ ਵਿੱਚ ਜਾ ਕੇ ਜਾਂ ਕੋਈ ਦੇਖਣ ਵਾਲਾ ਜਿਹੜਾ ਬੰਦਾ ਘਰ ਦੇ ਵਿੱਚ ਜਾ ਕੇ ਸਾਰੀ ਗੱਲ ਸਾਂਝੀ ਕਰਦਾ ਕਿ ਮੈਂ ਅੱਜ ਆ ਵੀ ਖਾਦਾ, ਇੱਥੇ ਵੀ ਪਾਣੀ ਪੀਤਾ, ਆ ਵੀ ਫੂਡ ਖਾਦਾ। ਜਦੋਂ ਅਸੀਂ ਆਪਣੇ ਘਰ ਪਰਿਵਾਰ 'ਚ ਹੀ ਨਹੀਂ ਇੱਕ ਦੂਸਰੇ ਨੂੰ ਜਾਣ ਸਕਦੇ, ਅਸੀਂ ਕਿਸੇ ਬਾਲੀਵੁੱਡ ਸਟਾਰ ਨੂੰ ਜਾਂ ਕਿਸੇ ਬੋਡੀ ਬਿਲਡਰ ਨੂੰ ਕਿੱਦਾਂ ਜਾਣ ਲਾਂਗੇ ਵੀ ਇਹਨੇ ਇਹ ਯੂਜ਼ ਕੀਤਾ। ਸਿਰਫ ਉਹ ਸੁਣੀਆਂ ਸੁਣਾਈਆਂ ਗੱਲਾਂ, ਨੋ ਡਾਊਟ ਉਹ 'ਚ ਯੂਜ਼ ਹੁੰਦਾ, ਬਟ ਸ਼ੱਕ ਦੇ ਘੇਰੇ 'ਚ ਆਉਂਦਾ, ਸ਼ੱਕ ਦੇ ਘੇਰੇ 'ਚ ਜਿਹੜਾ ਜਿਹੜਾ ਉਹਦੇ 'ਚ ਬਿਲਕੁਲ ਪੁਆਇੰਟ ਆ ਰਿਹਾ ਕਿ ਇਹਨੇ ਕੀਤਾ, ਉਹ ਅਸੀਂ ਅੱਖੀਂ ਤਾਂ ਆਪਣੇ ਆਪ ਨੂੰ ਨਹੀਂ ਕਿਸੇ ਨੂੰ ਦੱਸ ਸਕਦੇ, ਤਾਂ ਅਸੀਂ ਦੂਜੇ ਬੰਦੇ ਦੀ ਕਿੱਥੋਂ ਜੱਜਮੈਂਟ ਕਰਾਂਗੇ। ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਸਟੀਰੋਇਡ ਜਿਹੜੇ ਹੈਗੇ ਆ ਉਹ ਸਿਰਫ ਇੱਕ ਤਾਕਤ ਵਧਾਉਣ ਵਾਲੀ ਦਵਾਈ ਆ। ਤਾਕਤ ਕਿੱਦਾਂ ਵੱਧਦੀ ਆ? ਜੋ ਡਾਕਟਰ ਕਿਸੇ ਦੀ ਐਨਰਜੀ ਲੈਵਲ ਡਾਊਨ ਗਿਆ ਉਹਨੂੰ ਵਧਾਉਣ ਲਈ ਸੁਜੈਸਟ ਕਰਦੇ, ਉਹ ਸਹੀ ਵੇ 'ਚ ਬਣੇ ਸੀ, ਆਮ ਸਮਾਜ 'ਚ ਨਹੀਂ ਵਿਕਦੇ ਸੀ ਜੋ ਸਟਾਰਟਿੰਗ ਹੋਈ ਆ। ਹੁਣ ਅਸੀਂ ਜਦੋਂ ਕਿਸੇ ਆਮ ਬੰਦੇ ਨੂੰ ਤੁਸੀਂ ਉਹ ਚੀਜ਼ ਦੇਤੀ, ਮੰਨ ਲਓ ਕਿ ਬਿਲਡਿੰਗ ਆ ਉਹਦੇ ਵਿੱਚ ਪਹਿਲਾਂ ਹੀ ਉਹਦਾ ਬੇਸ ਤਗੜਾ ਆ, ਤੁਸੀਂ ਉਹਨੂੰ ਹੋਰ ਜਾ ਕੇ ਸੀਮੈਂਟ ਮਸਾਲਾ ਲਾਤਾ, ਹੋਰ ਉਹਦੀ ਵਧੀਆ ਫਿਲਿੰਗ ਕਰਤੀ, ਤਾਂ ਉਹਨੇ ਆਪਣੇ ਸਟਰੋਂਗ ਹੋਣਾ, ਉਹਦਾ ਬੇਸ ਸਟਰੋਂਗ ਬਣ ਜਾਣਾ। ਜਦੋਂ ਕੋਈ ਵੀ ਮੇਲ ਫੀਮੇਲ ਚੀਜ਼ ਯੂਜ਼ ਕਰਦਾ, ਉਹਦੀ ਬਾਡੀ ਦੇ ਵਿੱਚ ਸਭ ਤੋਂ ਪਹਿਲਾਂ ਐਨਰਜੀ ਆਉਂਦੀ, ਫਿਰ ਉਹ ਐਨਰਜੀ ਨੂੰ ਐਕਸਰਸਾਈਜ਼ ਦੇ ਰੂਪ 'ਚ ਯੂਜ਼ ਕਰਦਾ, ਫਿਰ ਉਹ ਜਿੰਨੀ ਜ਼ਿਆਦਾ ਐਨਰਜੀ ਲਾਉਂਦਾ ਉਨੀ ਜ਼ਿਆਦਾ ਬਾਡੀ ਥੱਕਦੀ, ਫਿਰ ਜ਼ਿਆਦਾ ਬਾਡੀ ਥੱਕਦੀ ਆ, ਫਿਰ ਉਹ ਜ਼ਿਆਦਾ ਤੋਂ ਜ਼ਿਆਦਾ ਡਾਈਟ ਦੀ ਡਿਮਾਂਡ ਕਰਦੀ, ਅਤੇ ਜਿੰਨੀ ਜ਼ਿਆਦਾ ਉਹ ਬਾਡੀ ਡਾਈਟ ਖਾਂਦੀ ਆ ਉਨਾ ਹੀ ਜ਼ਿਆਦਾ ਉਹਦਾ ਰਿਕਵਰੀ ਜਿਹੜਾ ਪੀਰੀਅਡ ਆ ਉਹ ਫਾਸਟ ਹੋ ਜਾਂਦਾ, ਉਨੀ ਜਲਦੀ ਉਹ ਖਾਣਾ ਪਚਾ ਜਾਂਦੀ ਆ, ਉਸ ਤੋਂ ਬਾਅਦ ਬਾਡੀ ਵੱਡੀ ਹੋਣੀ ਸ਼ੁਰੂ ਹੋ ਜਾਂਦੀ। ਬਟ ਇਹ ਕਦੀ ਵੀ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਸਟੀਰੋਇਡ ਲਾਇਆ, ਖਾਦਾ ਜਾਂ ਉਹਨੂੰ ਜੋ ਵੀ ਕਰਦੇ ਇੰਜੈਕਟ ਕਰਦੇ ਉਹ ਕੀਤਾ ਤਾਂ ਤੁਹਾਡੀ ਬਾਡੀ ਬਣ ਗਈ, ਇੱਦਾਂ ਬਾਡੀ ਨਹੀਂ ਬਣ ਸਕਦੀ। ਸੋ ਸਪਲੀਮੈਂਟ ਜਿਹੜਾ ਸਾਡੇ ਫੂਡ ਦਾ ਪਾਰਟ ਆ ਉਹ ਤੁਹਾਨੂੰ ਮੈਂ ਪਹਿਲਾਂ ਕਲੀਅਰ ਕਰਤਾ। ਸਟੀਰੋਇਡ ਜਿਹੜਾ ਹੈਗਾ ਉਹ ਜੇ ਪਹਿਲੀ ਤਾਂ ਗੱਲ ਅਸੀਂ ਉਹਦੀ ਕਿਸੇ ਨੂੰ ਸਲਾਹ ਹੀ ਨਹੀਂ ਦਿੰਦੇ, ਜੇ ਕਿਸੇ ਨੇ ਕਰਨਾ, ਕਿਸੇ ਨੂੰ ਜ਼ਰੂਰਤ ਮਹਿਸੂਸ ਹੋ ਰਹੀ, ਆਪਣੇ ਪ੍ਰੋਪਰ ਬਲੱਡ ਟੈਸਟ ਲਵੇ, ਕਿਸੇ ਡਾਕਟਰ ਅੰਡਰ ਜਾਵੇ, ਫਿਰ ਉਹ ਚੀਜ਼ ਕਰੇ। ਅਦਰਵਾਈਜ਼ ਬਾਡੀ ਬਣਾਉਣ ਲਈ ਤੁਹਾਨੂੰ ਡਾਈਟ ਤੇ ਐਕਸਰਸਾਈਜ਼ ਤੱਕ ਸੀਮਿਤ ਰਹਿਣਾ ਚਾਹੀਦਾ। ਨਹੀਂ ਰਿਜ਼ਲਟ ਆ ਰਿਹਾ ਫਿਰ ਜਾ ਕੇ 3-4 ਸਾਲਾਂ ਬਾਅਦ ਸਪਲੀਮੈਂਟ ਤੇ ਆਓ। ਤੇ ਸਟੀਰੋਇਡ ਜਿਹੜਾ ਉਹ ਫਿਟਨੈਸ ਨਹੀਂ ਹੈਗੀ, ਉਹ ਇੱਕ ਪ੍ਰੋਫੈਸ਼ਨ ਆ, ਇੱਕ ਕਿੱਤਾ ਆ, ਉਹਦੇ ਵਿੱਚ ਰਹਿ ਕੇ ਕੀਤਾ ਜਾ ਸਕਦਾ। ਉਹ ਵੀ 3 ਤੋਂ 4 ਉਹਦੇ ਡਾਕਟਰਾਂ ਦੀ ਟੀਮ ਹੁੰਦੀ, ਫਿਰ ਉਹ ਸਾਰਾ ਕੀਤਾ ਜਾਂਦਾ। ਯਾਨੀ ਕਿ ਮਤਲਬ ਇਦਾਂ ਦੀ ਕੋਈ ਦਵਾਈ ਨਹੀਂ ਹੈ ਜਿਹਨੂੰ ਖਾਂਦੇ ਹੀ ਤੁਹਾਡੀ ਬਾਡੀ ਜਿਹੜੀ ਉਹ ਫੁੱਲ ਜਾਏਗੀ ਜਾਂ ਬਾਡੀ ਤੁਹਾਡੀ ਬਣ ਜਾਏਗੀ। ਜਿਹੜੇ ਅਮੀਰ ਜ਼ਿਆਦੇ ਆ ਫਿਰ ਉਹਨਾਂ ਕੋਲ ਤਾਂ ਪੈਸਾ ਬਹੁਤ ਆ, ਉਹ ਤਾਂ ਪੈਸਾ ਸੁੱਟਣ ਤੇ ਰਾਤੋਂ ਰਾਤ ਕੀ ਚਲੋ ਮਹੀਨੇ ਸਾਲ 6 ਮਹੀਨੇ 'ਚ ਬਾਡੀ ਕਿਉਂ ਨਹੀਂ ਬਣਦੀ। ਇੱਕ ਮਿਡਲ ਕਲਾਸ ਬੰਦਾ ਕਿਉਂ ਫਿਟਨੈਸ ਦੇ ਕੈਰੀਅਰ 'ਚ ਆਉਂਦਾ, ਕਿਉਂ ਬਾਡੀ ਬਿਲਡਰ ਬਣਦਾ ਜਾਂ ਕਿਉਂ ਪਲੇਅਰ ਬਣਦਾ? ਕਿਉਂਕਿ ਮਿਡਲ ਕਲਾਸ ਕੋ ਥੋੜਾ ਪੈਸਾ ਹੁੰਦਾ, ਥੋੜੀ ਉਹ ਕੋ ਐਨਰਜੀ ਹੁੰਦੀ, ਥੋੜਾ ਉਹ ਕੋ ਸਮਾਂ ਹੁੰਦਾ, ਹਰ ਚੀਜ਼ ਬੈਲੈਂਸ ਹੁੰਦੀ ਆ। ਉਹ ਸਾਰੀ ਚੀਜ਼ਾਂ ਨੂੰ ਬੈਲੈਂਸ ਕਰਕੇ ਉਹ ਬਾਹਰ ਆ ਜਾਂਦਾ। ਨਾ ਹੀ ਤਾਂ ਬਿਲਕੁਲ ਜਿਹੜਾ ਡਾਊਨ ਤੇ ਆ ਉਹ ਬਾਹਰ ਆਉਂਦਾ, ਨਾ ਹੀ ਬਿਲਕੁਲ ਹਾਈ ਤੇ ਆ। ਜਿਹੜਾ ਹਾਈ ਆ ਉਹ ਤਾਂ ਬਿਲਕੁਲ ਹਾਈ ਹੁੰਦਾ, ਉਹ ਕਹਿੰਦਾ ਨਹੀਂ ਮੈਂ ਨਹੀਂ ਇਹ ਹਾਰਡ ਵਰਕ ਕਰ ਸਕਦਾ। ਤੇ ਜਿਹੜਾ ਬਿਲਕੁਲ ਡਾਊਨ ਆ ਉਹ ਕੋ ਸੋਰਸਿਸ ਹੁੰਦੇ। ਸੋ ਉਹਦੇ ਵਿੱਚ 100% ਜਿਹੜਾ ਤੁਹਾਡਾ ਹਾਰਡ ਵਰਕ ਕੰਮ ਆਉਂਦਾ। ਇਹ ਸਰਾਸਰ ਗਲਤ ਗੱਲ ਆ ਕਿ ਜਿਹੜਾ ਸਪਲੀਮੈਂਟ ਖਾ ਕੇ ਜਾਂ ਸਟੀਰੋਇਡ ਖਾ ਕੇ ਤੁਸੀਂ ਬਾਡੀ ਬਣਾ ਲਓਗੇ। ਸਿਰਫ ਪੇਸ਼ੈਂਸ ਲੈਵਲ ਘਟ ਗਿਆ, ਬੱਚਿਆਂ ਨੂੰ ਲੱਗਦਾ ਕਿ ਹੁਣ ਇੱਕ ਦਿਨ ਚੜਿਆ, ਉਹਦੇ ਪਿੱਛੇ ਹਨੇਰੀ ਰਾਤ ਆ। ਸਾਨੂੰ ਕਿਸੇ ਨੂੰ ਨਹੀਂ, ਸਾਨੂੰ ਭੁੱਲ ਜਾਂਦੀ, ਸਾਨੂੰ ਖੁਦ ਨੂੰ ਭੁੱਲ ਜਾਂਦੀ ਵੀ ਅੱਜ ਦਿਨ ਆ, ਪਿੱਛੇ ਰਾਤ ਵੀ ਮੈਂ ਬਿਤਾਈ ਆ। ਨਹੀਂ, ਅਸੀਂ ਉਹ ਦਿਨ ਬਾਰੇ ਹੀ ਦੇਖਦੇ ਹਾਂ। ਸੋ ਇਦਾਂ ਹੀ ਸਰੀਰ ਆ, ਕੋਈ ਸਰੀਰ ਬਣਿਆ, ਇੱਕ ਸਰੀਰ ਹੀ ਧਰਤੀ ਤੇ ਇਦਾਂ ਦੀ ਚੀਜ਼ ਆ ਜਿਹੜਾ ਤੁਸੀਂ ਕਦੀ ਵੀ ਮੁੱਲ ਨਹੀਂ ਲੈ ਸਕਦੇ। ਸਿਰਫ ਤੇ ਸਿਰਫ ਉੱਤੇ ਹਾਰਡ ਵਰਕ ਹੋਇਆ ਹੋਊਗਾ, ਨਾ ਕਿਸੇ ਦਾ ਯੂਜ਼ ਕਰ ਸਕਦੇ। ਹਾਂ, ਇੰਟਰਨਲ ਅੰਗ ਕਿਸੇ ਦੇ ਅਸੀਂ ਯੂਜ਼ ਕਰ ਸਕਦੇ, ਪਰ ਜਿਹੜਾ ਸਰੀਰ ਆ ਉਹ ਨਹੀਂ, ਅਸੀਂ ਕਿਸੇ ਦਾ ਬਾਹਰੀ ਸਰੀਰ ਆ ਉਹ ਅਸੀਂ ਕਿਸੇ ਦਾ ਨਹੀਂ ਯੂਜ਼ ਕਰ ਸਕਦੇ। ਤੁਹਾਡੀ ਹੀ ਜਿਹੜੀ ਮਿਹਨਤ ਆ ਉਹਦੇ ਨਾਲ ਬਣਨਾ। ਉਹ ਬਿਲਕੁਲ ਹਰਮਿੰਦਰ ਜੀ, ਨਾਲ ਹੀ ਇੱਕ ਹੋਰ ਗੱਲ ਵੀ ਅਕਸਰ ਕੀਤੀ ਜਾਂਦੀ ਹੈ, ਉਹ ਹੈ ਕਿ ਜਿਮ ਜਾਣ ਦੇ ਨਾਲ ਹਾਈਟ ਰੁਕ ਜਾਂਦੀ ਹੈ, ਹਾਈਟ ਤੁਹਾਡੀ ਨਹੀਂ ਵੱਧਦੀ। ਕੀ ਇਹ ਮਿੱਥ ਹੈ ਕਿ ਇਹਦੇ ਵਿੱਚ ਸੱਚਾਈ ਹੈ? ਦੇਖੋ, ਹਾਈਟ ਕਦੀ ਨਹੀਂ ਰੁਕਦੀ। ਹਾਈਟ ਜਿਹੜੀ ਹੈਗੀ ਉਹ ਸਾਡੀ ਕਹਿ ਲਈਏ ਕਿ ਆਸਾਨ ਭਾਸ਼ਾ 'ਚ ਮੈਂ ਤੁਹਾਨੂੰ ਕਹੂੰਗਾ ਕਿ ਅਸੀਂ ਸਾਰੇ ਇਨਸਾਨ ਆਪਣੇ ਮਦਰ ਫਾਦਰ ਦਾ ਅੰਸ਼ ਹਾਂ। ਬੱਚਾ ਪਹਿਲਾਂ ਆਪਣੇ ਫਾਦਰ ਦਾ ਅੰਸ਼ ਹੁੰਦਾ, ਉਸ ਤੋਂ ਬਾਅਦ ਉਹ ਮਾਂ ਦੇ ਪੇਟ ਦੇ ਵਿੱਚ ਪਲਦਾ ਹੈ, ਜੋ ਕੁਦਰਤ ਦਾ ਤਰੀਕਾ ਹੈ ਉਸ ਦੇ ਅੰਡਰ ਰਹਿ ਕੇ ਫਿਰ ਉਹਦਾ ਜਨਮ ਹੁੰਦਾ ਆ। ਸੋ ਇੱਕ ਬੀਜ ਆ, ਉਹ ਜਿਸ ਤਰ੍ਹਾਂ ਦਾ ਅਸੀਂ ਬੀਜਾਂਗੇ ਤੇ ਡਿਪੈਂਡ ਆ ਬੀਜ ਦੀ ਕੁਆਲਿਟੀ, ਉਹਦੀ ਕਿੰਨੀ ਲੰਬਾਈ ਕਿੰਨੀ ਮੋਟਾਈ ਹੋਊਗੀ, ਕਿੰਨਾ ਉਹ ਘੇਰੇ 'ਚ ਆਊਗਾ। ਮੰਨ ਲਓ ਅਸੀਂ ਇੱਕ ਕਣਕ ਦਾ ਬੀਜ ਬੀਜਿਆ, ਕਣਕ ਦਾ ਜੋ ਸਾਈਜ਼ ਹੋਊਗਾ, ਜਿੰਨੇ ਉਹਨੂੰ ਸਿੱਟੇ ਹੋਣਗੇ ਤਾਂ ਬੀਜ ਤੇ ਡਿਪੈਂਡ ਆ। ਦੂਸਰੀ ਗੱਲ ਡਿਪੈਂਡ ਆ ਉਹਨੂੰ ਅਸੀਂ ਕਿਹੜੀ ਜ਼ਮੀਨ 'ਚ ਬੀਜਿਆ ਤਾਂ ਉਹਦੀ ਕਿੱਦਾਂ ਦੀ ਦੇਖਭਾਲ ਕੀਤੀ। ਪਿਓ ਸੀਗਾ ਜਿੱਥੋਂ ਬੱਚੇ ਦਾ ਜਨਮ ਹੋਇਆ ਉਹ ਇੱਕ ਬੀਜ ਸੀਗਾ, ਮਾਂ ਸੀਗੀ ਜਿਹੜੀ ਉਹ ਇੱਕ ਜ਼ਮੀਨ ਦੇ ਅਸੀਂ ਤਰੀਕੇ ਨੂੰ ਲੈ ਸਕਦੇ ਜੋ ਕੁਦਰਤ ਨੇ ਬਣਾਇਆ ਹੋਇਆ। ਉਹ ਦੋਨਾਂ ਦੇ ਅੰਸ਼ 'ਚੋਂ ਬੱਚਾ ਪੈਦਾ ਹੁੰਦਾ, ਉਹ ਫਿਰ ਉੱਦਾਂ ਦੀ ਹੀ ਹਾਈਟ ਲੈ ਕੇ ਬਾਹਰ ਆਉਂਦਾ। ਕਦੀ ਵੀ ਤੁਹਾਡੀ ਐਕਸਰਸਾਈਜ਼ ਹਾਈਟ ਨਹੀਂ ਰੋਕਦੀ, ਉਹ ਵਧਾ ਸਕਦੀ ਹੈ। ਮਤਲਬ ਤੁਹਾਡੀ ਫਿਰ ਇਹ ਹੋ ਗਿਆ, ਫਿਰ ਅਸੀਂ ਜਿਹੜੇ ਕੋਈ ਵੀ ਚੀਜ਼ ਬਾਹਰ ਆਉਂਦੀ ਧਰਤੀ ਤੇ ਅਸੀਂ ਕੁਦਰਤ ਤੋਂ ਹਟ ਕੇ ਉਹਨੂੰ ਐਕਸਰਸਾਈਜ਼ ਨਾਲ ਦਬਾ ਲਾਂਗੇ। ਤੁਸੀਂ ਲੰਬੀ ਵੀ ਨਹੀਂ ਹਾਈਟ ਕਰ ਸਕਦੇ, ਨਾ ਉਹਨੂੰ ਦਬਾ ਸਕਦੇ। ਐਕਸਰਸਾਈਜ਼ ਜਿਹੜੀ ਆ ਉਹ ਤੁਹਾਡੀ ਹਾਈਟ ਨੂੰ ਵਧਾਉਣ ਵਿੱਚ ਹੈਲਪਫੁਲ ਹੁੰਦੀ, ਸ਼ੋਰ ਉਹ ਵੀ ਨਹੀਂ ਹੁੰਦੀ ਵੀ ਵਧਾ ਵੀ ਸਕਦੀ, ਨਾ ਹੀ ਉਹ ਰੋਕ ਸਕਦੀ, ਨਾ ਹੀ ਵਧਾ ਸਕਦੀ। ਇਹ ਸਾਰਾ ਕੁਝ ਡਿਪੈਂਡ ਹੈਗਾ ਤੁਹਾਡੇ
ਮਦਰ ਫਾਦਰ ਤੇ ਜਾਂ ਸਾਡੇ ਮਦਰ ਫਾਦਰ ਜਿਹੜੇ ਜਿੱਦਾਂ ਹੁਣ ਫਾਦਰ ਆ ਸਾਡੇ, ਉਹ ਸਾਡੇ ਦਾਦਕੇ ਫੈਮਿਲੀ ਨਾਲ ਜੁੜੇ ਹੋਏ, ਜਾਂ ਕਈ ਵਾਰੀ ਅਸੀਂ ਕਹਿੰਦੇ ਕਿ ਇਹ ਬੱਚਾ ਆਪਣੇ ਦਾਦੇ ਜਾਂ ਆਪਣੇ ਚਾਚੇ ਵਰਗਾ ਆ, ਜਾਂ ਕਈ ਵਾਰੀ ਕਹਿ ਦਿੰਦੇ ਕਿ ਇਹ ਮਾਮੇ ਜਾਂ ਮਾਸੀ ਵਰਗਾ, ਕਿਉਂਕਿ ਮਦਰ ਸਾਡੀ ਨਾਨਕਾ ਫੈਮਿਲੀ ਜੁੜੀ ਹੋਈ, ਉਹ ਅਸੀਂ ਉਹਨਾਂ ਦਾ ਵੀ ਅੰਸ਼ ਆ, ਉਹ ਉਹਨਾਂ ਦਾ ਅੰਸ਼ ਆ, ਅਸੀਂ ਅੱਗੇ ਤੋਂ ਅੱਗੇ। ਮਤਲਬ ਇਹ ਸਾਰਾ ਨੇਚਰ ਆ, ਇਹਨੂੰ ਤੁਸੀਂ ਵਧਾ ਨਹੀਂ ਸਕਦੇ। ਜਿੰਨੀਆਂ ਦਵਾਈਆਂ ਆਉਂਦੀਆਂ ਆ, ਜਿੰਨੀਆਂ ਮੈਡੀਸਨ ਆਉਂਦੀਆਂ, ਬੱਚੇ ਦੀ ਇੰਨੀ ਹਾਈਟ ਵੱਧ ਜੂਗੀ, ਇੰਨੇ ਦਿਨਾਂ 'ਚ ਇੰਨਾ ਕੱਦ ਕਰ ਲਓ, ਉਹ ਕਰ ਲਓ, ਉਹ ਸਾਰਾ ਨੈਚੁਰਲ ਪ੍ਰੋਸੈਸ ਹੋ ਰਿਹਾ। ਜੇ ਹੋਣਾ ਹੁੰਦਾ, ਹਾਈਟ ਸਾਇੰਸ ਦੇ ਅਕੋਰਡਿੰਗ 23 ਤੋਂ 24 ਸਾਲ 'ਚ ਵੱਧਦੀ ਆ। ਬੱਚਿਆਂ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਵੀ ਮੈਂ 15 ਸਾਲ ਦਾ ਹੋ ਗਿਆ, ਮੇਰੀ ਹਾਈਟ ਨਹੀਂ ਵੱਧ ਰਹੀ। ਸਾਇੰਸ ਦੇ ਅਕੋਰਡਿੰਗ 23 ਤੋਂ 24 ਸਾਲ ਤੱਕ ਹਾਈਟ ਵੱਧਦੀ ਆ। ਉਸ ਤੋਂ ਬਾਅਦ ਵਧੇ ਤਾਂ ਉਹ ਤੁਹਾਡਾ ਇੱਕ ਕਹਿ ਲਈਏ ਕਿ ਤੁਹਾਡਾ ਬੋਨਸ ਆ, ਵੱਧ ਜਾਵੇ। ਪਰ ਕੋਈ ਮੈਡੀਸਨ ਵਧਾਉਂਦੀ ਨਹੀਂ, ਕੋਈ ਐਕਸਰਸਾਈਜ਼ ਘਟਾਉਂਦੀ ਨਹੀਂ। ਜੇ ਹਾਂ ਵੱਧ ਰਹੀ, ਕਈ ਵਾਰੀ ਕੀ ਹੁੰਦਾ, ਮੈਂ ਕੋਈ ਚੀਜ਼ ਖਾ ਰਿਹਾ, ਮੈਡੀਸਨ ਖਾ ਰਿਹਾ, ਉਹਦੇ ਨਾਲ ਬੋਡੀ ਆਪਣੇ ਆਪ ਕਵਰ ਕਰ ਰਹੀ, ਮੈਂ ਆਪਣੀ ਬੋਡੀ ਨੂੰ ਨਹੀਂ ਕਹਿਣਾ, ਮੈਂ ਉਹ ਮੈਡੀਸਨ ਨੂੰ ਕਹਿਣਾ ਕਿ ਹਾਂ ਇਹਦੇ ਨਾਲ ਵਧੀ। ਪਰ ਮੈਂ ਜਿਹੜੀ ਤੁਹਾਨੂੰ ਗੱਲ ਕਲੀਅਰ ਕੀਤੀ ਕਿ ਅਸੀਂ ਆਪਣੇ ਮਦਰ ਫਾਦਰ ਦਾ ਸਾਰੇ ਇਨਸਾਨ ਅੰਸ਼ ਹੁੰਨੇ, ਅਸੀਂ ਮਦਰ ਫਾਦਰ ਤੇ ਜਾਵਾਂਗੇ। ਜਦੋਂ ਸਾਡੀਆਂ ਆਦਤਾਂ ਮਦਰ ਫਾਦਰ ਤੇ ਜਾਂਦੀਆਂ, ਫਿਰ ਸਾਡੀ ਇਹ ਵੀ ਚੀਜ਼ ਉਹਨਾਂ ਤੇ ਜਾਊਗੀ। ਬਿਲਕੁਲ ਬਿਲਕੁਲ ਠੀਕ ਤੁਸੀਂ ਗੱਲ ਕੀਤੀ। ਤੇ ਇਦਾਂ ਹੀ ਅਸੀਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਵੀ ਮੈਂ ਗੱਲ ਕੀਤੀ ਕਿ ਬੱਚਿਆਂ ਨੂੰ ਅੱਜ ਕੱਲ੍ਹ ਫਾਸਟ ਹੈ ਨਾ, ਸਭ ਕੁਝ ਜਲਦੀ ਜਲਦੀ ਚਾਹੀਦਾ। ਬੋਡੀ ਵੀ ਚਾਹੀਦੀ ਹੈ ਕਿ ਛੇਤੀ ਛੇਤੀ ਸਮਾਂ ਨਾ ਲੱਗੇ, ਛੇਤੀ ਛੇਤੀ ਬੋਡੀ ਬਣ ਜਾਵੇ। ਫਿਰ ਇਸ ਚੀਜ਼ ਨੂੰ ਲੈ ਕੇ ਜਾਂ ਬਹੁਤ ਸਾਰੀ ਇਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਸਟ੍ਰੈਸ ਦਾ ਲੈਵਲ ਵੀ ਵੱਧ ਜਾਂਦਾ ਕਈ ਵਾਰੀ। ਸਟ੍ਰੈਸ ਹੋ ਰਿਹਾ ਬੱਚਿਆਂ ਨੂੰ, ਸਟ੍ਰੈਸ ਹੌਲੀ ਹੌਲੀ ਐਂਜ਼ਾਈਟੀ ਦੇ ਵਿੱਚ ਬਦਲ ਰਹੀ ਹੈ, ਡਿਪਰੈਸ਼ਨ ਹੋ ਰਿਹਾ, ਇਹ ਸਾਰੀਆਂ ਪ੍ਰੋਬਲਮਸ ਅੱਜ ਕੱਲ੍ਹ ਬੱਚਿਆਂ ਨੂੰ ਆ ਰਹੀਆਂ ਨੇ। ਫਿਰ ਜੇ ਰੈਗੂਲਰ ਬੱਚੇ ਜਿਹੜੇ ਐਕਸਰਸਾਈਜ਼ ਕਰਦੇ ਨੇ, ਕਸਰਤ ਕਰਦੇ ਨੇ, ਜਿਮ ਦੇ ਨਾਲ ਜੁੜਦੇ ਨੇ, ਕਿ ਇਹਨਾਂ ਚੀਜ਼ਾਂ ਦੇ ਨਾਲ ਜੁੜ ਕੇ ਸਟ੍ਰੈਸ ਦੇ ਲੈਵਲ ਨੂੰ, ਐਂਜ਼ਾਈਟੀ ਦੇ ਜਾਂ ਡਿਪਰੈਸ਼ਨ ਦੇ ਲੈਵਲ ਨੂੰ ਘੱਟ ਕੀਤਾ ਜਾ ਸਕਦਾ? ਜੀ ਬਿਲਕੁਲ, ਤੁਹਾਡਾ ਸਵਾਲ ਬੜਾ ਜਾਇਜ਼ ਆ। ਜੇ ਮੈਂ ਖੁਦ ਦਾ ਐਕਸਪੀਰੀਅੰਸ ਦੇਖਾਂ, ਜੋ ਮੇਰਾ 15-16 ਸਾਲਾਂ ਦਾ ਐਕਸਪੀਰੀਅੰਸ ਇਸ ਲਾਈਨ 'ਚ, ਕਿ ਜੇ ਅਸੀਂ ਫਿਟਨੈਸ ਲਾਈਨ 'ਚ ਮੈਂ ਖੁਦ ਨਾ ਹੁੰਦਾ ਤੇ ਮੈਨੂੰ ਅੱਜ ਜੋ ਦੁਨੀਆਦਾਰੀ ਦੇ ਵਿੱਚ ਵਿਚਰਨਾ, ਗੱਲ ਕਰਨੀ, ਬੋਡੀ ਬਾਰੇ ਖਿਆਲ ਰੱਖਣਾ, ਕਿਉਂਕਿ ਇੱਕ ਫਿਟਨੈਸ ਲਾਈਨ ਹੀ ਇੱਦਾਂ ਦੀ ਹੈ ਜਿਹਦੇ ਵਿੱਚ ਤੁਸੀਂ ਡੇਲੀ ਡਿਸਿਪਲਿਨ, ਰੂਲ, ਤੁਹਾਨੂੰ ਆਦਤ, ਹੈਬਿਟ, ਤੁਹਾਨੂੰ ਹਰ ਚੀਜ਼ ਤੇ ਫੋਕਸ ਕਰਨਾ ਪੈਂਦਾ। ਪੇਸ਼ੈਂਸ ਲੈਵਲ ਵੀ ਤੁਹਾਡੇ 'ਚ ਤੁਹਾਡੀ ਐਕਸਰਸਾਈਜ਼ ਤੇ ਫਿਟਨੈਸ ਨੂੰ ਲੈ ਕੇ ਹੀ ਆਉਂਦਾ। ਤੇ ਜੇ ਅਸੀਂ ਇਹ ਕਹੀਏ ਅਸੀਂ ਰਾਤੋਂ ਰਾਤ ਅਮੀਰ ਬਣ ਜਾਈਏ, ਫਿਰ ਤੁਸੀਂ ਰਾਤੋਂ ਰਾਤ ਗਰੀਬ ਵੀ ਹੋ ਸਕਦੇ। ਫੋਰ ਐਗਜ਼ਾਮਪਲ, ਜਿੰਨੀ ਜਲਦੀ ਇੱਕ ਅਸੀਂ ਪਟਾਕਾ ਚਲਾਉਂਦੇ ਨਾ ਉੱਪਰ ਨੂੰ ਜਾਂਦਾ, ਜਿੰਨੀ ਜਲਦੀ ਉੱਪਰ ਜਾਂਦਾ ਓਨਾ ਹੀ ਨੀਚੇ ਆਉਂਦਾ। ਤੇ ਇੱਕ ਹੋਰ ਛੋਟੀ ਜਿਹੀ ਉਦਾਹਰਨ ਕਿ ਅਸੀਂ ਜਿੰਨੀਆਂ ਸੀੜੀਆਂ ਸਪੀਡ ਨਾਲ ਚੜ੍ਹਦੇ ਹਾਂ, ਅਸੀਂ ਓਨੀਆਂ ਹੀ ਸੀੜੀਆਂ ਨੀਚੇ ਵੀ ਸਪੀਡ ਨਾਲ ਆਵਾਂਗੇ। ਜੇ ਅਸੀਂ ਇੱਕ ਇੱਕ ਸਟੈਪ ਲਾ ਕੇ ਚੜ੍ਹਦੇ ਹਾਂ, ਫਿਰ ਸਾਨੂੰ ਓਨਾ ਹੀ ਇੱਕ ਇੱਕ ਸਟੈਪ ਦਾ ਪਤਾ ਹੁੰਦਾ ਕਿ ਮੈਂ ਇੱਥੇ ਆ ਕੇ ਰੁਕ ਸਕਦਾ, ਇੱਥੇ ਆ ਕੇ ਨਹੀਂ ਰੁਕ ਸਕਦਾ। ਸੋ ਐਕਸਰਸਾਈਜ਼ ਜਿਹੜੀ ਹੈਗੀ ਆ, ਤੁਹਾਨੂੰ ਤੁਹਾਡੇ ਮਾਈਂਡ ਨੂੰ ਸਭ ਤੋਂ ਪਹਿਲਾਂ ਰਿਲੈਕਸੇਸ਼ਨ ਦਿੰਦੀ। ਕਿਉਂਕਿ ਜਦੋਂ ਮੈਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਕਰਾਂ ਜਾਂ ਕੋਈ ਵੀ ਸਰੀਰ ਐਕਟੀਵਿਟੀ ਕਰੇ, ਉਹਦੇ ਬ੍ਰੇਨ ਨੂੰ ਮੈਸੇਜ ਆਉਂਦੇ ਆ ਵੀ ਬੋਡੀ ਨੀਚੇ ਆਹ ਕੰਮ ਕਰ ਰਹੀ। ਫਿਰ ਬ੍ਰੇਨ ਉਹਨਾਂ ਨੂੰ ਕੰਟਰੋਲ ਕਰਦਾ ਹੈ। ਕੰਟਰੋਲ ਕਰਨ 'ਚੋਂ ਸਾਡੇ ਬਲੱਡ ਦਾ ਫਲੋ, ਜਿਹੜਾ ਖੂਨ ਦਾ ਦੌਰਾ ਆ, ਉਹਨੂੰ ਪ੍ਰੋਪਰ ਕਰ ਦਿੰਦਾ। ਉਹਦੇ ਨਾਲ ਸਾਡੀਆਂ 100 ਤੋਂ ਕਹਿ ਲਈਏ ਕਿ 70 ਤੋਂ 80% ਪ੍ਰੋਬਲਮਸ ਡਿਪਰੈਸ਼ਨ ਨਾਲ ਰਿਲੇਟਿਡ ਠੀਕ ਹੁੰਦੇ। ਡਿਪਰੈਸ਼ਨ ਕਿਉਂ ਵੱਧਦਾ? ਜੀ ਅਸੀਂ ਸਾਰਾ ਦਿਨ ਆਪਣੇ ਇੱਕੋ ਹੀ ਸਾਈਕਲ 'ਚ ਘੁੰਮਦੇ, ਜੋਬ, ਘਰ, ਪੈਸਾ, ਬੱਚਾ, ਪੜ੍ਹਾਈ ਤੱਕ, ਬਜ਼ੁਰਗ ਆਪਣੀਆਂ ਦਵਾਈਆਂ ਤੱਕ, ਆਪਣੀ ਸਿਹਤ ਤੱਕ। ਜੀ ਅਸੀਂ ਉਸੇ ਚੀਜ਼ ਉਹ ਸਾਈਕਲ 'ਚੋਂ ਬਾਹਰ ਨਹੀਂ ਹੁੰਦੇ। ਤੁਹਾਨੂੰ 45 ਮਿੰਟ ਦਾ ਸਮਾਂ, ਅੱਧੇ ਘੰਟੇ ਦਾ ਸਮਾਂ ਜਾਂ 45 ਮਿੰਟ ਦਾ ਸਮਾਂ ਆਪਣੀ ਐਕਸਰਸਾਈਜ਼ ਨੂੰ ਦੇਣਾ ਚਾਹੀਦਾ। ਉਹਦੇ ਨਾਲ ਇੱਕ ਇਨਵਾਇਰਨਮੈਂਟ ਚੇਂਜ ਹੁੰਦਾ ਹੈ, ਦੂਸਰਾ ਤੁਹਾਡੇ ਖੂਨ ਦਾ ਜਿਹੜਾ ਦੌਰਾ ਆ ਉਹ ਸਹੀ ਹੁੰਦਾ। ਬ੍ਰੇਨ ਦੇ ਵਿੱਚ ਜਿੰਨੀਆਂ ਨੈਗੇਟਿਵ ਐਕਟੀਵਿਟੀ ਆ, ਇਹ ਮੇਰਾ ਖੁਦ ਦਾ ਐਕਸਪੀਰੀਅੰਸ ਆ, ਤਾਂ ਉਨੀਆਂ ਹੀ ਠੀਕ ਹੁੰਦੀਆਂ। ਮੇਰੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਕਿ ਜਿਨ੍ਹਾਂ ਨੂੰ ਡਾਇਬਟਿਕ ਹੁੰਦੇ ਆ, ਹਾਰਟ ਦੀਆਂ ਪ੍ਰੋਬਲਮ ਹੁੰਦੀਆਂ, ਖੂਨ ਗਾੜਾ ਪ੍ਰੋਬਲਮ ਜਿਹੜੀ ਹੋ ਗਈ, BP ਦੀਆਂ, ਉਹ ਸਾਰੀਆਂ ਠੀਕ ਹੋ ਜਾਂਦੀਆਂ। ਐਕਸਰਸਾਈਜ਼ ਕਰਨ ਨਾਲ ਸਾਰਾ ਬੋਡੀ ਦਾ ਜਿਹੜਾ ਰੁਕਿਆ ਹੋਇਆ ਬਲੱਡ ਆ ਜਾਂ ਸਲੋ ਚੱਲ ਰਿਹਾ, ਜਿਹੜੀ ਜਮ੍ਹਾਂ ਹੋਈ ਗੰਦਗੀ ਆ, ਜਮ੍ਹਾਂ ਹੋਈ ਫੈਟ ਆ, ਉਹ ਸਾਰੀ ਘਟਦੀ। ਤੇ ਉਸ ਤੋਂ ਵੀ ਉੱਪਰ ਸੋਸ਼ਲ ਮੀਡੀਆ ਨੂੰ ਬੈਲੈਂਸ ਕਰਕੇ ਯੂਜ਼ ਕਰੋ। ਹੁਣ ਅਸੀਂ ਸਾਰਾ ਦਿਨ ਫੋਨ ਯੂਜ਼ ਕਰਦੇ, ਫੋਨ ਦੇ ਵਿੱਚ ਕੀ ਹੈ, ਇੱਕ ਰੇਜ਼ ਆ। ਨੈਗੇਟਿਵਿਟੀ ਜ਼ਿਆਦਾ ਅਸੀਂ ਦੇਖਦੇ ਹਾਂ, ਨੈਗੇਟਿਵ ਥਾਟ ਅਸੀਂ ਜ਼ਿਆਦਾ ਪੜ੍ਹ ਰਹੇ ਹਾਂ, ਜ਼ਿਆਦਾ ਸੁਣ ਰਹੇ, ਉਹ ਵੀ ਬੈਲੈਂਸ ਕਰਕੇ ਯੂਜ਼ ਕਰੋ। ਉਸ ਤੋਂ ਵੀ ਉੱਪਰ ਕੀ ਹੈਗਾ ਕਿ ਜਿਹੜਾ ਤੁਹਾਡਾ ਖਾਣ ਪੀਣਾ, ਤੁਹਾਡੀ ਜਿਹੜੀ ਤੁਸੀਂ ਜਿਸ ਤਰ੍ਹਾਂ ਕੁਐਸਚਨ ਮੇਰੇ ਨਾਲ ਸਾਂਝਾ ਕੀਤਾ ਕਿ ਡਿਪਰੈਸ਼ਨ ਨੂੰ ਲੈ ਕੇ ਜਾਂ ਗੁੱਸੇ ਨੂੰ ਲੈ ਕੇ ਜਿਹੜੀਆਂ ਚੀਜ਼ਾਂ, ਭੋਜਨ ਅਸੀਂ ਜ਼ਿਆਦਾ ਮਸਾਲੇਦਾਰ ਖਾ ਰਹੇ ਹਾਂ। ਮਸਾਲੇਦਾਰ ਭੋਜਨ ਕਿਹੜਾ? ਜਿੰਨੇ ਫਾਸਟ ਫੂਡ ਆ, ਉਹ ਸਾਰੇ ਤੇ ਸਾਰੇ ਹੀ ਨੇਚਰ ਤੋਂ ਹਟ ਕੇ ਇੱਕ ਇਨਸਾਨ ਨੇ ਦੂਸਰੇ ਇਨਸਾਨ ਤੋਂ ਪੈਸੇ ਕਮਾਉਣ ਲਈ ਬਣਾ ਲਏ। ਉਹ ਇਸੇ ਲਈ ਬਣਾਏ ਕਿ ਮੈਂ ਇੱਕ ਇਨਸਾਨ ਨੂੰ ਵੇਚਾਂ ਤੇ ਦੂਸਰਾ ਇਨਸਾਨ ਮੈਨੂੰ ਪੈਸੇ ਦੇਵੇ। ਹੁਣ ਜਿੰਨੇ ਫਾਸਟ ਫੂਡ ਆ ਉਹਨਾਂ 'ਚ ਕੁਦਰਤ ਕਿੱਥੇ? ਤੁਸੀਂ ਮੈਨੂੰ ਇੱਕ ਦਿਖਾ ਦਿਓ। ਕੁਦਰਤੀ ਫੂਡ ਅਸੀਂ ਖਾਣ ਲੱਗੇ ਕਹਿ ਦਿੰਦੇ ਆ, ਦੁੱਧ ਪੀਣ ਲੱਗੇ
ਇਹਦੇ 'ਚ ਫੈਟ ਆ, ਬਦਾਮ ਖਾਣ ਲੱਗੇ ਕਹਿੰਦੇ ਗਰਮ ਆ, ਐਗ ਖਾਣ ਲੱਗੇ ਅਸੀਂ ਕਹਿੰਦੇ ਗਰਮ। ਐਗ ਵੀ ਕੁਦਰਤੀ ਸੋਰਸ ਆ, ਨੋ ਡਾਊਟ ਉਹ ਨੌਨ ਵੈਜ ਆ। ਲੱਸੀ ਪੀਣ ਲੱਗੇ, ਘਿਓ ਖਾਣ ਲੱਗੇ ਅਸੀਂ ਕਹਿੰਦੇ ਇਹਨਾਂ 'ਚ ਚਰਬੀ ਆ। ਤਾਂ ਅਸੀਂ ਇਹ ਨਹੀਂ ਕਦੀ ਕਹਿੰਦੇ ਮਠਿਆਈ ਦੇ ਵਿੱਚ ਜਿਹੜੀ ਆ ਸਵੀਟਸ ਜਿਹੜੀਆਂ ਆ ਉਹਦੇ ਵਿੱਚ ਮੋਟਾਪਾ ਆ। ਉਹ ਪਤਾ ਹੀ ਨਹੀਂ ਕਿੰਨੀ ਖੰਡ ਆ, ਅਸੀਂ ਕਿੰਨੀ ਵਾਰੀ ਚਾਹ ਪੀਂਦੇ, ਕਿੰਨੀ ਵਾਰੀ ਅਸੀਂ ਕੌਫੀ ਪੀਂਦੇ, ਕਿੰਨਾ ਉਹ 'ਚ ਮਿੱਠਾ ਪਾਉਂਦੇ ਸਾਨੂੰ। ਉਹ ਸਾਰੀਆਂ ਸਾਡੀ ਪ੍ਰੋਬਲਮ ਅਸੀਂ ਖੁਦ ਸੇੜ ਰਹੇ, ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਦਿੰਦਾ। ਇਨਸਾਨ ਜਿਹੜਾ ਆ ਉਹਨੂੰ ਜਿਹੜਾ ਮਰਨ ਤੇ ਜੀਣ ਦਾ ਜਿਹੜਾ ਕੁਦਰਤ ਨੇ ਸਮਾਂ ਖੁਦ ਨਿਸ਼ਚਿਤ ਕੀਤਾ। ਵਿਚਲੀ ਤੁਹਾਡੀ ਬੁੱਕ ਜਿਹੜੀ ਹੈਗੀ, ਤੁਹਾਡੇ ਚੈਪਟਰ ਹੈਗੇ, ਤੁਸੀਂ ਖੁਦ, ਮੈਂ ਖੁਦ ਪੜ੍ਹ ਰਿਹਾ, ਦੇਖਣ ਵਾਲੇ ਖੁਦ ਉਹਨੂੰ ਭਰ ਰਹੇ। ਕਿੱਦਾਂ ਦਾ ਭਰਨਾ ਉਹ ਸਾਡੇ ਹੱਥ ਆ। ਖਾ ਕੇ ਭਰ ਲਓ ਉਹਨੂੰ, ਗਲਤ ਖਾਣਾ ਖਾ ਕੇ ਭਰ ਲਓ ਉਹਨੂੰ, ਗਲਤ ਐਕਟੀਵਿਟੀ ਕਰਕੇ ਭਰ ਲਓ। ਪਰ ਜਿਹੜਾ ਸਰੀਰ ਹੈ ਕੁਦਰਤੀ ਦੇਣ ਆ, ਮੇਰਾ ਇੱਕੋ ਹੀ ਸੁਝਾਅ ਰਹੂਗਾ ਕਿ ਉਹਨੂੰ 45 ਮਿੰਟ ਦਾ ਸਮਾਂ ਘੱਟੋ ਘੱਟ ਜ਼ਰੂਰ ਸਾਂਝਾ ਕਰੋ। ਜੀ, ਆਪਣੀ ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੋ ਰਿਹਾ ਲੈਣੇ ਇੱਕ ਛੋਟਾ ਜਿਹਾ ਬ੍ਰੇਕ। Gondola Travels. Book your flight tickets online. Fast and easy way to book your domestic and international flight tickets. Friendly customer support. Travel in budget and style. Gondola Travels. Call 209-800-8808. Website www.condolatravels.com. ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ। ਬ੍ਰੇਕ ਤੋਂ ਬਾਅਦ ਲੈ ਕੇ ਆਏ ਹਾਂ ਤੁਹਾਡੇ ਲਈ ਫੇਰ ਪ੍ਰੋਗਰਾਮ ਆਰੋਗ ਜੀਵਨ ਤੇ ਗੱਲਬਾਤ ਕਰ ਰਹੇ ਹਾਂ ਅਸੀਂ ਫਿਟਨੈਸ ਤੇ। ਤੇ ਹਰਮਿੰਦਰ ਜੀ, ਜੇ ਮੈਟਾਬੋਲਿਜ਼ਮ ਦੀ ਗੱਲ ਕਰੀਏ ਤੇ ਮੈਟਾਬੋਲਿਜ਼ਮ ਕੀ ਹੈ? ਮੈਟਾਬੋਲਿਜ਼ਮ ਅਸੀਂ ਸਾਰੇ ਕਾਫੀ ਸੁਣਦੇ ਹਾਂ। ਮੈਟਾਬੋਲਿਜ਼ਮ ਇੱਕ ਇੰਗਲਿਸ਼ ਦਾ ਵਰਡ ਹੈ, ਸਾਇੰਸ ਦਾ ਵਰਡ ਬਣਾਇਆ। ਮੈਟਾਬੋਲਿਜ਼ਮ ਮਤਲਬ ਜੋ ਇਨਸਾਨ ਅਸੀਂ ਸਾਰੇ ਖਾਂਦੇ ਤੇ ਪੀਂਦੇ ਆ ਉਹਨੂੰ ਪਚਾਉਣ ਵਾਲਾ, ਮੈਂ ਆਸਾਨ ਸ਼ਬਦਾਂ 'ਚ ਕਹਾਂ, ਇੱਕ ਸਿਸਟਮ ਹੁੰਦਾ ਆ। ਮੈਟਾਬੋਲਿਜ਼ਮ ਕਿਸੇ ਦਾ ਫਾਸਟ ਹੁੰਦਾ ਹੈ, ਕਿਸੇ ਦਾ ਲੋ ਹੁੰਦਾ ਹੈ। ਜਿੰਨਾ ਇਹ ਫਾਸਟ ਹੋਊਗਾ, ਜਿੰਨਾ ਇਹ ਸਪੀਡ 'ਚ ਕੰਮ ਕਰੂਗਾ, ਉਨਾ ਸਾਡੀ ਬੋਡੀ 'ਚ ਮੋਟਾਪਾ, ਚਰਬੀ, ਸੁਸਤੀ ਉਨੀ ਘੱਟ ਹੋਊਗੀ। ਜਿੰਨਾ ਇਹ ਫਾਸਟ ਹੋਊਗਾ ਤੇ ਜਿੰਨਾ ਇਹ ਸਲੋ ਹੋਊਗਾ, ਉਨੀ ਸੁਸਤੀ ਜ਼ਿਆਦਾ ਹੋਊਗੀ, ਉਨਾ ਭਾਰ ਜ਼ਿਆਦਾ ਹੋਊਗਾ, ਉਨੀਆਂ ਬਿਮਾਰੀਆਂ ਜ਼ਿਆਦਾ ਹੋਣਗੀਆਂ। ਵੈਸੇ ਤੇ ਬੋਡੀ ਦੀਆਂ 3 ਟਾਈਪਸ ਹੁੰਦੀਆਂ ਆ, ਉਹਨਾਂ ਦੇ ਵਿੱਚ ਇਹ ਲੈਵਲ ਦੇ ਅਕੋਰਡਿੰਗ ਅਪ ਡਾਊਨ ਰਹਿੰਦਾ ਆ। ਜ਼ਿਆਦਾਤਰ ਜਿਹੜੇ ਬੱਚੇ ਟੀਨਏਜ 'ਚ ਆਉਂਦੇ ਆ ਉਹਨਾਂ ਦਾ ਫਾਸਟ ਹੁੰਦਾ, ਉਹਨਾਂ ਨੂੰ ਬੜੀ ਦਿੱਕਤ ਆਉਂਦੀ, ਭਾਰ ਨਹੀਂ ਵੱਧਦਾ ਉਹਨਾਂ ਦਾ ਕਹਿੰਦੇ ਕਿ ਬੱਚੇ ਕਈ ਵਾਰੀ ਕੁਐਸਚਨ ਕਰਦੇ ਕਿ ਸਰ ਮੈਂ ਬਹੁਤ ਖਾਣਾ ਖਾਣਾ, ਬਹੁਤ ਮੀਲ ਖਾਣਾ, ਮੇਰਾ ਭਾਰ ਨਹੀਂ ਵੱਧਦਾ। ਭਾਰ ਕਿਉਂ ਨਹੀਂ ਵੱਧਦਾ? ਕਿਉਂਕਿ ਉਹਨਾਂ ਦੀ ਬੋਡੀ ਸਾਰਾ ਕੁਝ ਫਾਸਟ ਪਚਾਈ ਜਾ ਰਹੀ। ਤੇ ਜਦੋਂ ਅਸੀਂ 30+ ਚਲੇ ਜਾਂਦੇ ਜਾਂ ਕੋਈ 35 ਤੋਂ ਉੱਪਰ ਚਲੇ ਜਾਂਦਾ ਜਾਂ 40 ਚਲੇ ਜਾਂਦਾ, ਉਹ ਕਹਿੰਦਾ ਕਿ ਮੈਂ 2 ਰੋਟੀਆਂ ਖਾਣਾ ਤੇ ਮੈਨੂੰ ਪਾਣੀ ਵੀ ਘਿਓ ਵਰਗੂ ਲੱਗ ਰਿਹਾ। ਉਹ ਕਹਿਣਾ ਜਾਇਜ਼ ਹੁੰਦਾ, ਬਟ ਉਹਨੂੰ ਪਤਾ ਨਹੀਂ ਹੋ ਕੀ ਰਿਹਾ ਕਿ ਬੋਡੀ ਦਾ ਮੈਟਾਬੋਲਿਜ਼ਮ 30 ਸਾਲ ਤੋਂ ਬਾਅਦ ਡਿਕਲਾਈਨ, ਮਤਲਬ ਡਾਊਨ ਆਉਣਾ ਸ਼ੁਰੂ ਹੋ ਜਾਂਦਾ। ਉਹਨੂੰ ਅਸੀਂ ਫਾਸਟ ਕਿੱਦਾਂ ਕਰ ਸਕਦੇ? ਸਭ ਤੋਂ ਪਹਿਲਾਂ ਕੁਛ ਕੁ ਗੱਲਾਂ ਮੈਂ ਸਾਂਝੀਆਂ ਕਰੂੰਗਾ। ਮਿੱਠਾ, ਜਿਹੜਾ ਖੰਡ ਤੋਂ ਬਣੇ ਪ੍ਰੋਡਕਟ, ਗੁੜ ਨਹੀਂ ਮਿੱਠਾ, ਉਹਨਾਂ ਨੂੰ ਬੰਦ ਕਰ ਦਿਓ। ਜਿੰਨੇ ਸਵੀਟਸ ਵਾਲੇ ਪ੍ਰੋਡਕਟ, ਜਿੱਦਾਂ ਕੋਈ ਲਿਕੁਇਡ ਵੀ ਹੈਗਾ, ਤੁਹਾਡੇ ਡਰਿੰਕ ਜਿਹੜੇ ਆਉਂਦੇ ਆਰਟੀਫਿਸ਼ੀਅਲ ਡਰਿੰਕ, ਉਹਨਾਂ ਨੂੰ ਬੰਦ ਕਰ ਦਿਓ। ਤੁਹਾਡਾ ਜਿਹੜਾ ਐਕਸਰਸਾਈਜ਼ ਕਰਨ ਦਾ ਕੋਈ ਟਾਈਮ ਮਿਥ ਲਓ, ਪਾਣੀ ਜ਼ਿਆਦਾ ਪੀਓ, ਤੇ ਤੁਹਾਡੇ ਇਹ 3 ਚੀਜ਼ਾਂ ਕਰਨ ਨਾਲ ਵੀ ਮੈਟਾਬੋਲਿਜ਼ਮ ਫਾਸਟ ਹੋ ਜਾਊਗਾ। ਤੇ ਜੇ ਬੱਚਿਆਂ ਦਾ ਭਾਰ ਨਹੀਂ ਗੇਨ ਹੁੰਦਾ, ਉਹ ਇਹਦੇ ਉਲਟ ਕਰ ਸਕਦੇ ਆ। ਤੇ ਜਿਹੜਾ ਲੋ ਹੁੰਦਾ, ਇਹਨਾਂ ਨੂੰ ਖਾਣ ਕਰਕੇ ਹੀ ਹੁੰਦਾ ਆ। ਟਰਾਂਸਫੈਟ ਜ਼ਿਆਦਾ ਖਾਣੀ, ਟਰਾਂਸਫੈਟ ਤੋਂ ਭਾਵ ਆਰਟੀਫਿਸ਼ੀਅਲ ਫੂਡ ਜ਼ਿਆਦਾ ਖਾਣੇ, ਉਦੋਂ ਸਾਡਾ ਮੈਟਾਬੋਲਿਜ਼ਮ ਲੋ ਹੁੰਦਾ ਆ। ਤੇ ਜਦੋਂ ਅਸੀਂ ਖਾਣਾ ਖਾ ਕੇ ਉਦੋਂ ਫਿਜ਼ੀਕਲ ਐਕਟੀਵਿਟੀ ਨਹੀਂ ਕਰ ਪਾਉਂਦੇ, ਉਦੋਂ ਵੀ ਲੋ ਹੁੰਦਾ। ਤੇ ਜ਼ਿਆਦਾ ਦੇਰ ਤੱਕ ਸੌਣਾ ਤਾਂ ਵੀ ਇਹ ਲੋ ਹੁੰਦਾ। ਤੇ ਸਭ ਤੋਂ ਜ਼ਰੂਰੀ ਹੈ ਇਹਨੂੰ ਫਾਸਟ ਕਰਨ ਲਈ ਪਾਣੀ ਦੇ ਨਾਲ ਸਾਰੀ ਗੰਦਗੀ ਬਾਹਰ ਆਊਗੀ। ਜਿੰਨੀ ਜ਼ਿਆਦਾ ਗੰਦਗੀ ਬਾਹਰ ਆਊਗੀ, ਤੁਹਾਡੀ ਬੋਡੀ ਓਨੀ ਕਲੀਨ ਹੋਊਗੀ। ਜਿੰਨੀ ਕਲੀਨ ਹੋਊਗੀ, ਆਰਗਨ ਓਨਾ ਫਾਸਟ ਕੰਮ ਕਰਨਗੇ, ਕਿਡਨੀਆਂ, ਹਾਰਟ, ਲੀਵਰ, ਤੇ ਓਨੀ ਜਲਦੀ ਜਿਹੜੀ ਬੋਡੀ ਆ ਉਹ ਸਾਫ਼ ਹੁੰਦੀ ਜਾਊਗੀ, ਤਾਂ ਮੈਟਾਬੋਲਿਜ਼ਮ ਫਾਸਟ ਹੋਊਗਾ। ਐਕਸਰਸਾਈਜ਼ ਕਰਕੇ ਵੀ ਅਸੀਂ ਇਹੀ ਕਰਦੇ ਹਾਂ। ਸਾਨੂੰ ਐਕਸਰਸਾਈਜ਼ ਕਰਨ ਤੋਂ ਕਿਉਂ ਨਹੀਂ ਇਮੀਡੀਏਟਲੀ ਰਿਜ਼ਲਟ ਮਿਲਦਾ? ਵੀ ਹਰ ਬੰਦਾ ਕਹਿੰਦਾ ਮੈਂ ਮਹੀਨਾ ਐਕਸਰਸਾਈਜ਼ ਲਾਵਾਂ ਮੈਂ ਫਿੱਟ ਹੋ ਜਾ, ਕਿਉਂ ਨਹੀਂ ਹੋ ਸਕਦੇ ਤੁਸੀਂ? ਕਿਉਂਕਿ ਮੈਟਾਬੋਲਿਜ਼ਮ ਇੱਕ ਇੱਦਾਂ ਸਿਸਟਮ ਆ, ਉਹ 4 ਤੋਂ 6 ਮਹੀਨੇ ਲੈਂਦਾ ਫਾਸਟ ਹੋਣ ਨੂੰ, ਤੇ ਸਲੋ ਹੋਣ ਨੂੰ ਵੀ ਸਮਾਂ ਲੱਗਦਾ। ਤੇ ਜੇ ਹੁਣ ਅਸੀਂ ਇੱਕ ਫਿਟਨੈਸ ਨਾਲ ਜਿਹੜਾ ਰੋਜ਼ ਬੰਦਾ ਰੂਬਰੂ ਹੁੰਦਾ ਹੈ, ਰੋਜ਼ ਜਿਮ ਜਾਂਦਾ ਹੈ, ਅਸੀਂ ਉਹ ਜੋ ਮਰਜ਼ੀ ਖਾ ਲਵੇ, ਅਸੀਂ ਦੇਖਦੇ ਹਾਂ ਉਹ ਫਿਟਨੈਸ ਜਿਹੜਾ ਬੰਦਾ ਰਹਿੰਦਾ ਰੂਟੀਨ 'ਚ ਜਿਮ ਜਾਂਦਾ, ਜੋ ਮਰਜ਼ੀ ਖਾ ਲਵੇ, ਕਿਉਂਕਿ ਉਹਦਾ ਮੈਟਾਬੋਲਿਜ਼ਮ ਇੰਨਾ ਫਾਸਟ ਆ, ਉਹਨੂੰ ਡਾਈਜੈਸਟ ਕਰ ਦਿੰਦਾ। ਹੁਣ ਇੱਥੇ ਉਹ ਵੀ ਗੱਲ ਸਾਂਝੀ ਕਰੂੰਗਾ ਕਿ ਜੇ ਅਸੀਂ ਐਨਾਬੋਲਿਕ ਸਟੀਰੋਇਡ ਦੀ ਗੱਲ ਕਰਦੇ ਹਾਂ, ਉਹਨਾਂ ਦਾ ਮਸਲ ਸਾਈਜ਼ ਕਿਉਂ ਵੱਡਾ ਹੋ ਜਾਂਦਾ? ਕਿਉਂਕਿ ਉਹਨਾਂ ਨੇ ਇਹ ਚੀਜ਼ ਫਾਸਟ ਕਰ ਲਈ। ਐਕਸਰਸਾਈਜ਼ ਕਰਦੇ ਤਾਂ ਉਦੋਂ ਹੀ ਉਹ ਫਾਸਟ ਹੁੰਦੀ, ਸਪਲੀਮੈਂਟ ਖਾ ਕੇ ਵੀ ਉਹ ਚੀਜ਼ ਫਾਸਟ ਹੁੰਦੀ ਆ।
ਉੱਥੇ ਮਤਲਬ ਤੁਹਾਨੂੰ ਸਿਰਫ ਤੇ ਸਿਰਫ ਜੇ ਤੁਹਾਡੇ ਲਈ ਹੈਲਪਫੁਲ ਹੁੰਦੀ ਮੈਟਾਬੋਲਿਜ਼ਮ ਨੂੰ ਫਾਸਟ ਕਰਨ ਲਈ ਪਾਣੀ ਤੇ ਤੁਹਾਡੀ ਐਕਸਰਸਾਈਜ਼, ਬਾਕੀ ਤੁਹਾਡਾ ਫੂਡ ਆ। ਮੈਟਾਬੋਲਿਜ਼ਮ ਸਾਰੇ ਸਿਸਟਮ ਨੂੰ ਹੀ ਹੈਂਡਲ ਕਰਦਾ ਜੀ। ਜਿਸ ਹਰਮਿੰਦਰ ਜੀ ਤੁਸੀਂ ਗੱਲਾਂ ਦੇ ਵਿੱਚ ਗੱਲ ਕੀਤੀ ਖੰਡ ਦੀ, ਸ਼ੂਗਰ ਦੀ, ਹੈ ਨਾ, ਤੇ ਸ਼ੂਗਰ ਦੀ ਜੇ ਗੱਲ ਅਸੀਂ ਕਰਦੇ ਹਾਂ ਤੇ ਕਈ ਵਾਰੀ ਸ਼ੂਗਰ ਇਨਟੇਕ ਜ਼ਿਆਦਾ ਲੈਣ ਲਈ ਵਜ਼ਨ ਵੱਧ ਜਾਂਦਾ। ਉਸ ਵੇਲੇ ਇਹ ਸੋਚਦੇ ਆ ਕਿ ਸ਼ੂਗਰ ਫ੍ਰੀ ਲੈ ਲਈਏ ਜਾਂ ਆਪਣੇ ਆਪ ਨੂੰ ਫਿਟ ਰੱਖਣ ਲਈ। ਕਈ ਵਾਰ ਲੱਗਦਾ ਕਿ ਸ਼ੂਗਰ ਜ਼ਿਆਦਾ ਲੈ ਕੇ ਲੇਜ਼ੀਨੈਸ ਆ ਰਹੀ ਹੈ, ਅਸੀਂ ਸੁਸਤੀ ਮਹਿਸੂਸ ਕਰ ਰਹੇ ਹਾਂ, ਤਾਂ ਫਿਰ ਅਸੀਂ ਸ਼ੂਗਰ ਫ੍ਰੀ ਲੈਣਾ ਸ਼ੁਰੂ ਕਰ ਦਿੰਦੇ ਆ। ਤੇ ਕੀ ਡਿਫਰੈਂਸ ਹੈ ਸ਼ੂਗਰ ਤੇ ਸ਼ੂਗਰ ਫ੍ਰੀ? ਦੇਖੋ, ਸ਼ੂਗਰ ਤੇ ਸ਼ੂਗਰ ਫ੍ਰੀ 'ਚ ਇਹ ਆ ਕਿ ਇੱਕ ਤੁਹਾਨੂੰ ਜਿਹੜਾ ਇੱਕ ਜ਼ਹਿਰ ਸਿੱਧਾ ਪੀ ਰਿਹਾ, ਇੱਕ ਤੁਹਾਨੂੰ ਜ਼ਹਿਰ ਦੇ ਵਿੱਚ ਕੋਈ ਰੈਪ ਕਰਕੇ ਦੇ ਰਿਹਾ, ਜਾਂ ਤਾਂ ਜ਼ਹਿਰ ਹੀ ਰਿਹਾ ਆਰਟੀਫੀਸ਼ੀਅਲ ਆ। ਸ਼ੂਗਰ ਦੀ ਜਿਹੜੀ ਸ਼ੂਗਰ ਫ੍ਰੀ ਟੈਬਲੇਟ ਆ, ਤੁਸੀਂ ਇੱਕ ਦੇਖੋ ਕਿ ਉਹ ਬਣਦੀ ਕਿੱਥੇ ਆ। ਨੇਚਰ ਦਾ ਕੋਈ ਉਹਦੇ ਵਿੱਚ ਰੋਲ ਹੈ? ਪੈਕਿੰਗ ਆ, ਉਹਨੂੰ ਮਸ਼ੀਨਰੀ ਦਵਾਈ ਰਾਹੀਂ ਜਾਂ ਡਾਕਟਰ ਰਾਹੀਂ ਜਾਂ ਕਿਸੇ ਤਰੀਕੇ ਉਹਨੂੰ ਬਣਾ ਦਿੱਤਾ ਜਾਂਦਾ। ਪ੍ਰੋਸੈਸ ਤੇ ਜਿਹੜਾ ਪ੍ਰੋਸੈਸ ਫੂਡ ਆ, ਕੋਈ ਇਨਸਾਨ ਦੂਜੇ ਇਨਸਾਨ ਦੇ ਹਿੱਤ ਤੋਂ ਪਹਿਲਾਂ, ਉਹਦੇ ਬੈਨੀਫਿਟ ਤੋਂ ਪਹਿਲਾਂ ਆਪਣਾ ਬੈਨੀਫਿਟ ਸੋਚੋ। ਮੈਂ ਇਹਨੂੰ ਮਾਰਕੀਟ 'ਚ ਸੇਲ ਕਰਾਂ, ਮਾਰਕੀਟ 'ਚ ਸੇਲ ਕਰਨ ਤੋਂ ਬਾਅਦ ਇਹ ਮੈਨੂੰ ਕੁਝ ਇਨਕਮ ਦੇਊਗਾ। ਸੋ ਉਹਦੇ ਵਿੱਚ ਕੁਝ ਕੈਮੀਕਲ ਇੱਦਾਂ ਦੇ ਮਿਲਾ ਦਿੱਤੇ ਜਾਂਦੇ ਜਿਹਦੇ ਨਾਲ ਤੁਹਾਨੂੰ ਟੇਸਟ ਜ਼ਰੂਰ ਆਉਂਦਾ ਹੈ, ਬਟ ਤੁਹਾਡਾ ਜੇ ਤੁਸੀਂ ਡਾਇਬਟਿਕ ਲੈਵਲ, ਸ਼ੂਗਰ ਲੈਵਲ ਆਪਣੇ ਬਲੱਡ 'ਚੋਂ ਚੈੱਕ ਕਰੋਗੇ, ਉਹ ਆਪਣੇ ਆਉਣਾ। ਸਿਰਫ ਤੇ ਸਿਰਫ ਟੈਸਟ ਤੱਕ ਸੀਮਿਤ ਹੁੰਦਾ। ਬਟ ਕਹਿ ਲਓ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਇੱਕ ਤੁਹਾਨੂੰ ਪੋਇਜ਼ਨ ਜਿਹੜਾ ਉਹ ਸ਼ਰੇਆਮ ਦੇ ਦਿੱਤਾ ਜਾਂਦਾ, ਇੱਕ ਤੁਹਾਨੂੰ ਰੈਪ ਕਰਕੇ ਪੈਕਿੰਗ ਕਰਕੇ ਅੱਛੇ ਫਲੇਵਰ 'ਚ ਪਾ ਕੇ ਦੇ ਦਿੱਤਾ ਜਾਂਦਾ। ਦੋਨੇ ਇੱਕ ਹੀ ਚੀਜ਼ ਆ। ਤੇ ਸ਼ੂਗਰ ਦੀ ਜੇ ਅਸੀਂ ਗੱਲ ਕਰੀਏ, ਖੰਡ ਜਿਹੜੀ ਆ ਉਹਦੀ ਸਾਨੂੰ ਕੋਈ ਮਿਕਦਾਰ ਨਹੀਂ ਪਤਾ, ਕਿੰਨੀ ਉਹ 'ਚ ਫੈਟ ਹੁੰਦੀ, ਕਿੰਨਾ ਉਹ 'ਚ ਅਨਸੈਚੂਰੇਟਡ, ਸੈਚੂਰੇਟਡ ਜਾਂ ਟਰਾਂਸ ਫੈਟ ਆ। ਸੋ ਖਾਣੀ ਉਨੀ ਹੀ ਜ਼ਹਿਰ ਆ ਸਾਡੇ ਲਈ। ਉਹਨੂੰ ਸਿਰਫ ਤੇ ਸਿਰਫ ਅਸੀਂ ਐਜ਼ ਏ ਟੇਸਟ ਕਿਤੇ ਦਿਨ 'ਚ ਇੱਕ ਵਾਰੀ ਯੂਜ਼ ਕਰ ਸਕਦੇ। ਰੂਟੀਨ ਵਾਈਜ਼ ਸਾਡੀ ਬਿਮਾਰੀਆਂ ਦੀ ਜੜ, ਡਾਇਬਟਿਕ ਹੋਣ ਦਾ ਰੀਜ਼ਨ ਸਭ ਤੋਂ ਜ਼ਿਆਦਾ ਖੰਡ ਆ। ਹਾਂ, ਉਹਦੇ ਕੰਪੈਰੀਟਿਵ ਗੁੜ ਜਾਂ ਸ਼ੱਕਰ। ਹੁਣ ਤੁਸੀਂ ਦੇਖੋ, ਸਿੱਧੀ ਮੈਂ ਕੋਈ ਬਨਾਵਟੀ ਗੱਲ ਨਹੀਂ ਕਰੂੰਗਾ। ਗੁੜ ਜਿਹੜਾ ਆ ਨੇਚਰ ਦਾ ਸੋਰਸ ਆ। ਕਿੱਦਾਂ ਬਣਦਾ ਸਾਨੂੰ ਤਕਰੀਬਨ ਅਸੀਂ ਸਾਰੇ ਜੇ ਦੇਖਿਆ ਜਾਣਦੇ ਹੋਈਏ, ਤੇ ਉਹਨੂੰ ਸਿਰਫ ਗੰਨੇ ਦੇ ਰਸ ਨੂੰ ਬਾਰ-ਬਾਰ ਗਰਮ ਕਰਕੇ ਉਹਨੂੰ ਗੁੜ ਦੇ ਵਿੱਚ ਤਬਦੀਲ ਕੀਤਾ ਜਾਂਦਾ, ਨਾ ਕਿ ਉਹਦੇ 'ਚ ਕੈਮੀਕਲ ਪੈਂਦਾ। ਉਹ ਨੇਚਰ ਆ। ਤੇ ਜਿਹੜੀ ਖੰਡ ਆ ਉਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਕਿੰਨਾ ਕੈਮੀਕਲ, ਕਿਉਂਕਿ ਖੰਡ ਵੀ ਗੰਨੇ ਤੋਂ ਹੀ ਬਣਦੀ, ਗੰਨੇ ਰਸ ਤੋਂ। ਗੰਨੇ ਦਾ ਰਸ ਜੇ ਤੁਹਾਨੂੰ ਪਤਾ ਹੋਵੇ, ਉਹਦਾ ਹਲਕਾ ਗ੍ਰੀਨ ਕਲਰ ਹੁੰਦਾ ਆ, ਤੇ ਜਦੋਂ ਤੱਕ ਖੰਡ ਪਹੁੰਚਦੀ ਉਹਦਾ ਵਾਈਟ ਹੋ ਜਾਂਦਾ। ਵਾਈਟ ਕਿਉਂ ਹੁੰਦਾ ਆ? ਕਿਉਂਕਿ ਉਹਨੂੰ ਕੈਮੀਕਲ ਨਾਲ ਬਾਰ-ਬਾਰ ਨਿਖਾਰਿਆ ਜਾਂਦਾ। ਹੁਣ ਜੇ ਕਿਸੇ ਦੇ ਫੇਸ ਦਾ ਰੰਗ ਬਲੈਕ ਆ, ਕਾਲਾ ਆ, ਤਾਂ ਉਹਨੂੰ ਕਿੱਦਾਂ ਨਿਖਾਰਿਆ ਜਾਊਗਾ? ਸੋ ਖੰਡ ਦਾ ਜਿਹੜਾ ਰੰਗ ਆ ਉਹ ਕੈਮੀਕਲ ਨਾਲ ਹੁੰਦਾ, ਤੇ ਉਹ ਕੈਮੀਕਲ ਹੀ ਸਾਡੇ ਲਈ ਖਤਰਨਾਕ ਆ। ਗੁੜ ਖਾਣਾ ਜਾਂ ਸ਼ੱਕਰ ਖਾਣੀ ਤੁਹਾਡੇ ਲਈ ਬੈਨੀਫੀਸ਼ੀਅਲ ਆ, ਬਟ ਕਈ ਵਾਰੀ ਅੱਜ ਕੱਲ੍ਹ ਕੀ ਹੋਣ ਲੱਗ ਪਿਆ, ਉਹਨੂੰ ਵੀ ਆਰਟੀਫਿਸ਼ੀਅਲ ਦੇ ਰੂਪ 'ਚ ਯੂਜ਼ ਕੀਤਾ ਜਾਂਦਾ। ਜੇ ਗੁੜ ਦੇਸੀ ਆ, ਕਹਿ ਲਈ ਔਰਗੈਨਿਕ ਆ, ਤਾਂ ਬੜਾ ਹੀ ਤੁਹਾਡੇ ਲਈ ਫਾਇਦੇਮੰਦ ਆ। ਉਹ ਤੁਹਾਨੂੰ ਅੱਛਾ ਟੇਸਟ ਵੀ ਦੇਊਗਾ, ਤੇ ਤੁਹਾਡੀ ਜਿਹੜੀ ਡਾਇਬਟਿਕ ਆ, ਜਿਹੜਾ ਪੈਨਕ੍ਰੀਆ ਸਾਡਾ, ਉਹਨੂੰ ਖਰਾਬ ਨਹੀਂ ਹੋਣ ਦੇਊਗਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਖੰਡ ਖਾਣ ਨਾਲ ਜਾਂ ਗੁੜ ਖਾਣ ਨਾਲ ਸਾਨੂੰ ਸੁਸਤੀ ਆਉਂਦੀ ਆ, ਸੁਸਤੀ ਹੋਣ ਦਾ ਰੀਜ਼ਨ ਕੀ ਆ? ਕਿ ਸਾਡਾ ਜਿਹੜਾ ਇਨਸੂਲਿਨ ਲੈਵਲ ਆ ਉਹ ਵੱਧ ਜਾਂਦਾ, ਬੋਡੀ ਆਰਾਮ 'ਚ ਜਾਂਦੀ, ਬਲੱਡ ਦਾ ਫਲੋ ਨਾਰਮਲ ਹੋ ਜਾਂਦਾ, ਸਲੋ ਹੋ ਜਾਂਦਾ, ਸਾਨੂੰ ਸੁਸਤੀ ਆਉਣੀ ਸ਼ੁਰੂ ਹੋ ਜਾਂਦੀ। ਸੋ ਗੁੜ ਜ਼ਿਆਦਾ ਬੈਨੀਫਿਟ ਆ, ਬਟ ਜੇ ਸ਼ੂਗਰ ਫ੍ਰੀ ਤੇ ਸ਼ੂਗਰ ਕਹੀਏ ਦੋਨੇ ਸੇਮ ਆ, ਦੋਨੇ ਇੱਕੋ ਹੀ, ਕਹਿ ਲਈਏ ਕਿ ਇੱਕੋ ਹੀ ਸ਼ੌਪ ਤੇ ਵਿਕਣ ਵਾਲੇ ਪ੍ਰੋਡਕਟ ਆ, ਬਟ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਆ। ਬਿਲਕੁਲ ਠੀਕ ਤੁਸੀਂ ਕਿਹਾ, ਕਿਉਂਕਿ ਗੱਲ ਹੁਣ ਖਾਣ ਪੀਣ ਦੀ ਚੱਲ ਰਹੀ ਹੈ। ਤੇ ਇੱਕ ਹੋਰ ਮੈਂ ਖਾਸ ਇੱਥੇ ਗੱਲ ਕਰੂੰਗੀ ਕਿ ਜਿਸ ਸਾਡਾ ਕਲਚਰ ਵੀ ਆ, ਅਸੀਂ ਇੱਕ ਦੂਸਰੇ ਦੇ ਘਰ ਜਦੋਂ ਜਾਂਦੇ ਹਾਂ, ਸਭ ਤੋਂ ਪਹਿਲਾਂ ਸਾਡੇ ਅੱਗੇ ਚਾਹ ਆਉਂਦੀ ਹੈ ਨਾ। ਤੇ ਜੇ ਆਪਣੇ ਘਰ ਵੀ ਹੁੰਦੇ ਆ ਤੇ ਸੁਜੈਸਟ ਕੀਤਾ ਜਾਂਦਾ, ਸਿਰ ਦੁਖ ਰਿਹਾ ਚਾਹ ਪੀ ਲਓ, ਕੋਈ ਤਕਲੀਫ ਹੈ ਤੁਸੀਂ ਚਾਹ ਪੀ ਲਓ। ਮਤਲਬ ਚਾਹ ਦਾ ਇੰਨਾ ਜ਼ਿਆਦਾ ਜਦੋਂ ਅਸੀਂ ਚਾਹ ਪੀਂਦੇ ਆ ਤੇ ਕੀ ਸਾਡੇ ਸਰੀਰ ਤੇ ਉਹਦਾ ਅਸਰ ਪੈ ਰਿਹਾ ਕਿ ਜਿੰਨੀ ਅਸੀਂ ਪੀ ਰਹੇ ਆ ਓਨੀ ਮਤਲਬ ਪੀਣੀ ਚਾਹੀਦੀ ਹੈ? ਦੇਖੋ, ਸਿੰਪਲੀ ਤੁਹਾਡਾ ਕੁਐਸਚਨ ਬੜਾ ਮਤਲਬ ਸਾਂਝਾ ਕਰਨ ਵਾਲਾ ਹੈ, ਬੜਾ ਮੈਨੂੰ ਵੀ ਅੱਛਾ ਲੱਗਦਾ ਇਹ ਕੁਐਸਚਨ ਕਿ ਚਾਹ ਦੇ ਵਿੱਚ ਪੈਂਦਾ ਕੀ ਆ। ਸਭ ਤੋਂ ਪਹਿਲਾਂ ਜਿਹੜਾ ਅਸੀਂ ਦੁੱਧ ਪਾਉਂਦੇ ਉਹਦੀ ਤੇ ਕਹਿ ਲਈਏ ਕਿ ਉਹਦਾ ਬੇਸ ਹੀ ਖਤਮ ਹੋ ਜਾਂਦਾ। ਅਸੀਂ ਉਹਦੇ 'ਚ ਖੰਡ ਯੂਜ਼ ਕਰਦੇ, ਉਹ ਵੀ ਆਰਟੀਫਿਸ਼ੀਅਲ ਆ। ਜਿਹੜੀ ਚਾਹ ਪੱਤੀ ਯੂਜ਼ ਕਰਦੇ ਉਹ ਵੀ ਆਰਟੀਫਿਸ਼ੀਅਲ। ਜੇ ਤੁਹਾਨੂੰ ਪਤਾ ਹੋਵੇ, ਜਿਹੜੀ ਦੇਸੀ ਚਾਹ ਪੱਤੀ ਉਹਦਾ ਰੰਗ ਪਿੰਕ ਹੁੰਦਾ, ਰੈੱਡ ਕਿੱਥੋਂ ਹੋ ਜਾਂਦਾ? ਉਹ ਕੈਮੀਕਲ ਨਾਲ ਹੁੰਦਾ। ਤੇ ਉਸ ਤੋਂ ਬਾਅਦ ਉਹਨੂੰ ਬਾਰ-ਬਾਰ ਗਰਮ ਕੀਤਾ ਜਾਂਦਾ, ਪ੍ਰੋਸੈਸ ਕੀਤਾ ਜਾਂਦਾ, ਵੀ ਜਿਹੜਾ ਦੁੱਧ ਆ ਉਹ ਹਵਾ 'ਚ ਹੀ ਉੱਡ ਜਾਂਦਾ। ਤੇ ਸਾਡੇ ਕੋਲ ਬਚਦਾ ਕੀ ਆ? ਪਾਣੀ, ਖੰਡ, ਤੇ ਜਿਹੜਾ ਅਸੀਂ ਵਿੱਚ ਉਹਨੂੰ ਬਾਰ-ਬਾਰ ਪ੍ਰੋਸੈਸ ਕੀਤਾ। ਸੋ ਉਹ ਸਿਰਫ ਤੇ ਸਿਰਫ ਇੱਕ ਜੀਭ ਦਾ ਟੇਸਟ ਆ, ਹੋਰ ਉਹਨੂੰ ਕੁਛ ਨਹੀਂ। ਸਮਾਜ 'ਚ ਜ਼ਿਆਦਾਤਰ ਉਹੀ ਚੀਜ਼ਾਂ ਹੁੰਦੀਆਂ ਆ ਜਿਹੜੀਆਂ ਦੂਸਰੇ ਲੋਕ ਕਰਦੇ ਆ, ਪਰ ਕਦੀ ਵੀ ਜਿਹੜੇ ਆ ਉਹ ਚੰਗੇ ਲੋਕਾਂ ਦੀ ਭੀੜ ਨਹੀਂ ਹੁੰਦੀ।
ਵੀ ਜਿੰਨਾ ਤੁਸੀਂ ਦੂਸਰਿਆਂ ਨੂੰ ਫੋਲੋ ਕਰੋਗੇ ਉਨਾ ਹੀ ਤੁਸੀਂ ਪ੍ਰੋਬਲਮ 'ਚ ਘਿਰੋਗੇ। ਮੈਂ ਪਹਿਲਾਂ ਵੀ ਗੱਲ ਸਾਂਝੀ ਕਰਦਾ ਉਹਨਾਂ ਤੁਹਾਡੇ ਨਾਲ ਜਦੋਂ ਆਪਾਂ ਤੁਹਾਡੇ ਚੈਨਲ ਰਾਹੀਂ ਮਿਲਦੇ ਹਾਂ ਕਿ ਕਿਸੇ ਨਾਲ ਸਾਡੀਆਂ ਅੱਖਾਂ ਤੇ ਸਾਡੇ ਥੰਮ ਨਹੀਂ ਮੈਚ ਕਰਦੇ, ਫਿਰ ਅਸੀਂ ਕਿਸੇ ਵੱਲ ਦੇਖ ਕੇ ਜਦੋਂ ਖਾਣ ਪੀਣ ਦੀਆਂ ਵਸਤੂਆਂ ਤੇ ਆਉਂਦੇ ਉਦੋਂ ਸਾਨੂੰ ਨੁਕਸਾਨ ਹੁੰਦਾ ਆ। ਚਾਹ ਜਿਹੜੀ ਹੈ ਜੇ ਤੁਸੀਂ ਲੈਣੀ ਆ ਐਜ਼ ਏ ਟੇਸਟ ਦਿਨ 'ਚ ਇੱਕ ਵਾਰੀ ਲੈ ਲਓ, ਪਰ ਇੱਕ ਮੈਂ ਤੁਹਾਡੇ ਨਾਲ ਹੋਰ ਚੀਜ਼ ਸਾਂਝੀ ਕਰੂੰਗਾ। ਅੱਜ ਦੀ ਡੇਟ ਜਿਹੜਾ ਐਸਿਡਿਟੀ ਹੋਣੀ, ਚਾਹ ਇੱਕ ਐਸਿਡਿਕ ਆ, ਐਸਿਡ ਬਣਾਉਂਦੀ ਆ, ਤੇਜ਼ਾਬੀ ਮਾਤਰਾ ਉਹ ਪੈਦਾ ਕਰਦੀ। ਕਿਉਂਕਿ ਤੇਜ਼ਾਬ ਕਿੱਥੋਂ ਪੈਦਾ ਹੁੰਦਾ? ਜਦੋਂ ਆਰਟੀਫੀਸ਼ੀਅਲ ਪ੍ਰੋਸੈਸਿੰਗ ਚੀਜ਼ਾਂ ਬੋਡੀ 'ਚ ਜਾਂਦੀਆਂ। ਤੁਸੀਂ ਖਾਣਾ ਖਾਓ ਤੁਹਾਡੇ ਤੇਜ਼ਾਬ ਪੈਦਾ ਨਹੀਂ ਹੋਊਗਾ, ਪ੍ਰੋਸੈਸ ਫੂਡ ਖਾਓਗੇ ਉਦੋਂ ਤੇਜ਼ਾਬ ਪੈਦਾ ਹੋਊਗਾ। ਹੁਣ ਕਈ ਕੀ ਕਰਦੇ ਆ ਘਰਾਂ ਦੇ ਵਿੱਚ, ਆਮ ਕੀ ਹੁੰਦਾ ਆ, ਸਾਡੇ ਘਰ ਵੀ ਖੁਦ ਹੁੰਦਾ ਕਿ ਸਵੇਰੇ ਚਾਹ ਪੀਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਦਾ ਲੈ ਲਓ। ਉਹ ਇਹ ਆ ਕਿ ਜਿੱਥੇ ਚੀਜ਼ ਤੁਹਾਨੂੰ 100% ਨੁਕਸਾਨ ਕਰ ਰਹੀ ਉੱਥੇ ਤੁਹਾਨੂੰ 80 ਕਰੂਗੀ, ਪਰ ਕਰੂਗੀ। ਵੀ ਚਾਹ ਤੋਂ ਪਹਿਲਾਂ ਪਾਣੀ ਪੀ ਲਓ, ਫਿਰ ਸਾਨੂੰ ਜਿਹੜਾ ਖਾਲੀ ਪੇਟ ਆ ਉਹ ਨੁਕਸਾਨ ਨਹੀਂ ਹੋਊਗਾ ਚਾਹ ਦਾ, ਬਟ ਜਾਣਾ ਤਾਂ ਉਹਨੇ ਬੋਡੀ 'ਚ ਜਾਂ ਕਿਸੇ ਹੋਰ ਔਰਗਨ 'ਚ ਚਲੇ ਨਹੀਂ ਜਾਣਾ। ਸੋ ਚਾਹ ਨੂੰ ਜੇ ਤੁਸੀਂ ਲੈ ਰਹੇ ਐਜ਼ ਏ ਫਨ, ਐਜ਼ ਏ ਟੇਸਟ, ਦਿਨ 'ਚ ਇੱਕ ਵਾਰੀ ਲਓ, ਉਸ ਤੋਂ ਜ਼ਿਆਦਾ ਨਾ ਲਓ, ਤੁਹਾਨੂੰ ਉਹਦੇ ਸਾਈਡ ਇਫੈਕਟ ਆ। ਹਾਂ, ਦੁੱਧ ਲੈ ਲਓ ਜਾਂ ਚਾਹ ਪੱਤੀ ਜਿਹੜੀ ਆ ਉਹ ਤੁਸੀਂ ਆਰਗੈਨਿਕ ਯੂਜ਼ ਕਰ ਲਓ, ਉਹ ਜ਼ਿਆਦਾ ਬੈਸਟ ਹੋਊ ਜੀ। ਤੇ ਅਕਸਰ ਕਈ ਵਾਰੀ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਬਲੈਕ ਕਾਫੀ ਦਾ ਵੀ ਬਹੁਤ ਰੁਝਾਨ ਹੈ, ਬਲੈਕ ਕਾਫੀ ਵੀ ਅਕਸਰ ਲਿੱਤੀ ਜਾਂਦੀ ਹੈ, ਤੇ ਤੁਸੀਂ ਕੀ ਸੁਜੈਸਟ ਕਰਦੇ ਹੋ? ਬਲੈਕ ਕਾਫੀ ਜੇ ਤੁਹਾਨੂੰ ਆਰਗੈਨਿਕ ਮਿਲ ਰਹੀ ਤਾਂ ਨੈਚੁਰਲ ਆ, ਉਹਦੇ ਵਿੱਚ ਕੋਈ ਮਿਕਸਚਰ ਨਹੀਂ ਹੈਗਾ, ਕੋਈ ਐਕਸਟਰਾ ਆਰਡੀਨਰੀ ਫਲੇਵਰ ਜਾਂ ਐਕਸਟਰਾ ਆਰਡੀਨਰੀ ਕੋਈ ਕਲਰ ਜਿਹੜੇ ਨਹੀਂ ਪਾਏ ਹੋਏ, ਤਾਂ ਉਹ ਨੈਚੁਰਲ ਪ੍ਰੋਸੈਸ ਆ, ਉਹ ਤੁਸੀਂ ਲੈ ਸਕਦੇ। ਬਲੈਕ ਕਾਫੀ ਆਮ ਇਹ ਕਿਹਾ ਜਾਂਦਾ ਕਿ ਬਲੈਕ ਕਾਫੀ ਪੀਣ ਨਾਲ ਮੇਰਾ ਖੂਨ ਜਿਹੜਾ ਆ ਉਹ ਗਾੜਾ ਵੀ ਹੋ ਸਕਦਾ, ਜਾਂ ਕਈ ਇਹ ਸੋਚਦੇ ਮੈਨੂੰ ਬੀਪੀ ਦੀ ਪ੍ਰੋਬਲਮ ਆ ਜਾਂਦੀ। ਜਦ ਕਿ ਮੈਂ ਉਹ ਗੱਲ ਸਾਂਝੀ ਕਰਨਾ ਚਾਹੁੰਦਾ, ਬਲੈਕ ਕਾਫੀ ਜਿਹੜੀ ਹੁੰਦੀ ਉਹ ਸਾਨੂੰ ਐਨਰਜੀ ਪ੍ਰੋਵਾਈਡ ਕਰਦੀ ਆ, ਉਹ ਸਾਡੇ ਖੂਨ ਨੂੰ ਪਤਲਾ ਕਰ ਸਕਦੀ, ਗਾੜਾ ਨਹੀਂ ਕਰ ਸਕਦੀ। ਪਰ ਜੇ ਤੁਹਾਨੂੰ ਇਹ ਲੱਗਦਾ ਕਿ ਬੀਪੀ ਵੱਧਦਾ, ਬੀਪੀ ਨਹੀਂ ਵੱਧਦਾ ਹੁੰਦਾ, ਬਲੱਡ ਪ੍ਰੈਸ਼ਰ ਨਹੀਂ ਵੱਧਦਾ, ਬੀਪੀ ਕਦੀ ਹਾਈ ਨਹੀਂ ਹੁੰਦਾ। ਜੇ ਹਾਈ ਹੁੰਦਾ ਤੁਹਾਡਾ ਐਨਰਜੀ ਲੈਵਲ ਹਾਈ ਹੁੰਦਾ, ਤੁਹਾਨੂੰ ਉਹਦੇ ਨਾਲ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਸ਼ਾਇਦ ਮੇਰਾ ਬਲੱਡ ਪ੍ਰੈਸ਼ਰ ਵੱਧ ਗਿਆ, ਬਲੱਡ ਦਾ ਫਲੋ ਵੱਧ ਜਾਂਦਾ, ਦੌਰਾ ਵੱਧ ਜਾਂਦਾ, ਬਟ ਉਹ ਚੰਗੇ ਵੇ 'ਚ ਵੱਧਦਾ ਆ। ਪਰ ਜੇ ਤੁਹਾਡੀ ਜਿਹੜੀ ਬਲੈਕ ਕਾਫੀ ਆ ਉਹਦੀ ਤੁਸੀਂ ਕੁਆਲਿਟੀ ਅੱਛੀ ਲੈ ਰਹੇ, ਪਲੱਸ ਕੁਆਂਟੀਟੀ ਵੀ ਮੈਟਰ ਕਰਦੀ ਆ। ਕੁਆਂਟੀਟੀ ਕਿੰਨੀ ਹੋਣੀ ਚਾਹੀਦੀ ਆ? 1.5 ਤੋਂ 2 ਗ੍ਰਾਮ ਜੀ। ਹੁਣ ਜੇ ਤੁਸੀਂ 1.5 ਤੋਂ 2 ਗ੍ਰਾਮ, ਤੁਹਾਡਾ ਚਮਚ ਦਾ ਤੀਸਰਾ ਚੌਥਾ, ਆਮ ਚਮਚ 5 ਤੋਂ 6 ਗ੍ਰਾਮ ਦਾ ਹੁੰਦਾ, ਤੁਸੀਂ ਹੁਣ ਇੱਕ ਚਮਚ ਭਰ ਕੇ ਲੈ ਲਿਆ ਜੀ, ਉਹ ਕਿੱਥੇ ਦੋ ਇਨਸਾਨਾਂ ਨੇ ਪੀਣੀ ਸੀ, ਤੁਸੀਂ ਇੱਕ ਨੇ ਪੀ ਲਈ, ਫਿਰ ਤਾਂ ਤੁਹਾਨੂੰ ਉਹ ਪ੍ਰੋਬਲਮ ਕਰੂਗੀ। ਹੁਣ ਕਈ ਵਾਰੀ ਕੀ ਅਸੀਂ ਕਿਸੇ ਨੂੰ ਸੁਜੈਸਟ ਕਰਦੇ, ਉਹਦੇ ਯੂਰਿਨ ਵਿੱਚ ਜਲਨ ਹੁੰਦੀ ਆ ਜਾਂ ਉਹਦੇ ਪੇਟ 'ਚ ਜਲਨ ਹੁੰਦੀ ਆ, ਉਹਦਾ ਰੀਜ਼ਨ ਇਹ ਆ ਤੁਸੀਂ ਓਵਰਡੋਜ਼ ਲੈ ਰਹੇ, ਜਾਂ ਅਸੀਂ ਬ੍ਰਾਂਡ ਦੇਖ ਕੇ ਲੈ ਲੈਂਦੇ ਪਰ ਸਾਨੂੰ ਇਹ ਨਹੀਂ ਪਤਾ ਕਿ ਉਹ ਚੀਜ਼ ਕਿੱਥੋਂ ਆਈ, ਕੀ ਹੋਇਆ। ਸੋ ਉਹਦੀ ਕੁਆਲਿਟੀ ਦੇਖੋ, ਪਲੱਸ ਉਹਦੀ ਕੁਆਂਟੀਟੀ ਦੇਖੋ। ਤੇ ਮਤਲਬ ਜੇ ਪੂਰੀ ਇਹਤਿਆਤ ਵਰਤ ਕੇ ਹਰ ਚੀਜ਼ ਬਾਰੇ ਜਾਣੂ ਹੋ ਕੇ ਕੋਈ ਚੀਜ਼ ਅਸੀਂ ਲਵਾਂਗੇ ਤੇ ਸਾਨੂੰ ਫਾਇਦਾ ਹੋਏਗਾ, ਨੁਕਸਾਨ ਨਹੀਂ ਹੋਏਗਾ। ਪਰ ਠੀਕ ਤਰ੍ਹਾਂ ਪਤਾ ਹੋਣਾ ਜ਼ਰੂਰੀ ਹੈ ਕਿ ਜੋ ਅਸੀਂ ਲੈ ਰਹੇ ਹਾਂ ਉਹ ਕਿੰਨੀ ਮਾਤਰਾ ਦੇ ਵਿੱਚ ਲੈਣਾ ਹੈ ਨਾ। ਜਦੋਂ ਸਾਨੂੰ ਇਹੀ ਨਹੀਂ ਪਤਾ ਹੁੰਦਾ ਤਾਂ ਉਹਦਾ ਫਾਇਦੇ ਦੀ ਥਾਂ ਤੇ ਸਾਨੂੰ ਨੁਕਸਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਕਈ ਵਾਰੀ ਨੁਕਸਾਨ ਤਾਂ ਹੁੰਦਾ ਹੈ ਕਿ ਜਿੱਦਾਂ ਸਾਨੂੰ ਪਤਾ ਅਸੀਂ ਦਿਨ ਦੀਆਂ 3 ਮੀਲਸ ਲੈਣੇ ਆ, ਅਸੀਂ ਨਾਸ਼ਤਾ ਕਰਨਾ, ਦੁਪਹਿਰੇ ਖਾਣਾ ਤੇ ਰਾਤ ਦਾ ਖਾਣਾ ਖਾਣਾ। ਇਸ ਤਰ੍ਹਾਂ ਜਦੋਂ ਅਸੀਂ ਕਸਰਤ ਕਰਦੇ ਹਾਂ ਜਾਂ ਹੈਵੀ ਕੋਈ ਐਕਸਰਸਾਈਜ਼ ਕਰਦੇ, ਉਸ ਵੇਲੇ ਵੀ ਜਦੋਂ ਅਸੀਂ 3 ਮੀਲਸ ਰੱਖਦੇ ਹਾਂ ਆਪਣੀ, ਤਾਂ ਕਮਜ਼ੋਰੀ ਆਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ ਆਊਗੀ, ਕਿਉਂਕਿ ਇਹ ਹੁੰਦਾ ਹੈ ਕਿ ਦੇਖੋ 3 ਮੀਲ ਹਰ ਇਨਸਾਨ ਖਾ ਰਿਹਾ, ਜਿੰਨੇ ਇਨਸਾਨ ਧਰਤੀ ਤੇ, ਚਾਹੇ ਮੇਲ ਫੀਮੇਲ ਬੱਚਾ, ਤੇ 3 ਵਾਰੀ ਖਾਣਾ ਬੋਡੀ ਦੀ ਜ਼ਰੂਰਤ ਆ। ਸਾਡਾ ਜਿਹੜਾ ਮਸਲ ਸਾਈਜ਼ ਹੈ ਜਾਂ ਸਟਰੈਂਥ ਆ ਜਾਂ ਫਿਟਨੈਸ ਉਹ ਨਹੀਂ ਹੋਣੀ ਜੇ 3 ਵਾਰੀ ਖਾਣ, ਤੇ ਫਿਰ ਸਾਰੇ ਬੋਡੀ ਬਿਲਡਰ ਬਣ ਜਾਣ ਜਾਂ ਸਾਰੇ ਫਿੱਟ ਹੋਣ। ਕਿਉਂ ਨਹੀਂ 3 ਵਾਰੀ ਖਾ ਕੇ? ਕਿਉਂਕਿ ਬੋਡੀ ਦੀ ਡਿਮਾਂਡ ਜਿਹੜੀ ਹੈ, ਜੇ ਕੋਈ ਜਿਮ ਜਾਂਦਾ ਉਹਨੂੰ ਹਰ 2.5 ਤੋਂ 3 ਘੰਟੇ ਬਾਅਦ ਮੀਲ ਚਾਹੀਦਾ। ਉਹਦੇ ਵਿੱਚ ਅਸੀਂ ਡਿਵਾਈਡ ਕਰਦੇ ਐਕਸਰਸਾਈਜ਼ ਦੇ ਅਕੋਰਡਿੰਗ, ਕਿਸੇ ਨੂੰ 5 ਮੀਲ ਸੁਜੈਸਟ ਕਰਦੇ, ਕਿਸੇ ਨੂੰ 6 ਮੀਲ ਸੁਜੈਸਟ ਕਰਦੇ। ਬਟ ਉਹ ਡਿਪੈਂਡ ਹੁੰਦਾ ਤੁਹਾਡਾ ਕਿੰਨਾ ਫਿਜ਼ੀਕਲ ਐਕਟੀਵਿਟੀ ਲੈਵਲ ਆ, ਤੁਹਾਡਾ ਕਿੰਨਾ ਬੋਡੀ ਵੇਟ ਆ, ਤੁਹਾਡੀ ਏਜ ਕਿੰਨੀ ਆ, ਤੇ ਤੁਹਾਡਾ ਜਿਹੜਾ ਤੁਹਾਡੀ ਹਾਈਟ ਕਿੰਨੀ, ਉਹਦੇ ਅਕੋਰਡਿੰਗ ਅਸੀਂ ਦਿਨ ਦੀਆਂ ਕੈਲਰੀਜ਼ ਕੱਢਦੇ ਹਾਂ। ਬੰਦੇ ਦੀਆਂ ਉਹ ਕੈਲਰੀਜ਼ ਕੱਢ ਕੇ ਫਿਰ ਅਸੀਂ ਉਹਨੂੰ ਸੁਜੈਸਟ ਕਰ ਸਕਦੇ। ਬਟ ਜਿਮ ਬਣਾਉਣ ਲਈ ਬੋਡੀ ਬਣਾਉਣ ਲਈ ਜਿਹੜਾ ਤੁਸੀਂ ਕੁਐਸਚਨ ਕੀਤਾ ਕਿ 3 ਮੀਲ ਨਹੀਂ 6 ਮੀਲ ਜ਼ਰੂਰੀ ਆ। 6 ਮੀਲ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਬੋਡੀ ਚਾਹੁੰਦੇ ਹੋ ਉਹ ਵੀ ਜ਼ਰੂਰੀ, ਉਹ ਵੀ ਬਹੁਤ ਮੈਟਰ ਕਰਦਾ ਕਿ ਤੁਹਾਡੀ ਜਿਹੜੀ ਬੋਡੀ ਆ, ਜੇ ਤੁਸੀਂ ਭਾਰ ਵਧਾਉਣਾ ਤਾਂ ਵੀ 6 ਮੀਲ ਲੈ ਸਕਦੇ, ਜੇ ਘਟਾਉਣਾ ਤਾਂ ਵੀ 6 ਮੀਲ ਲੈ ਸਕਦੇ। ਬਟ ਉਹਨਾਂ 'ਚ ਕਿੱਦਾਂ ਦੀ ਡਾਈਟ ਲੈਣੀ, ਹਰ ਇੱਕ ਦੀ ਬੋਡੀ ਦੀ ਆਪਣੀ ਆਪਣੀ ਚੋਇਸ, ਆਪਣੀ ਆਪਣੀ ਪਸੰਦ ਹੁੰਦੀ ਆ। ਸੋ ਉਹਦੇ ਵਿੱਚ ਜ਼ਿਆਦਾਤਰ ਜੇ ਤੁਸੀਂ ਭਾਰ ਵਧਾਉਣਾ ਆ ਤਾਂ ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਕਿ ਤੁਸੀਂ ਕਾਰਬੋਹਾਈਡਰੇਟ ਦੇ ਸੋਰਸ ਜਿਹੜੇ ਆ ਉਹ ਯੂਜ਼ ਕਰ ਲਓ। ਕਾਰਬੋਹਾਈਡਰੇਟ ਤੋਂ ਭਾਵ ਰਾਈਸ, ਚਪਾਤੀ, ਆਲੂ, ਸ਼ਕਰਕੰਦ, ਇਹ ਚੀਜ਼ਾਂ। ਜੇ ਕਿਸੇ ਨੇ ਭਾਰ ਘਟਾਉਣਾ ਆ, ਉਹ ਗੁੱਡ ਫੈਟ ਦੇ ਸੋਰਸ ਜਿੱਦਾਂ ਬਦਾਮ ਹੋਏ, ਅਖਰੋਟ ਹੋਏ, ਜਿੰਨੇ ਡਰਾਈ ਫਰੂਟ ਹੁੰਦੇ ਉਹ ਯੂਜ਼ ਕਰ ਲਓ। ਬਟ 6 ਮੀਲ ਜ਼ਰੂਰੀ ਆ, ਮਤਲਬ ਬੋਡੀ ਨੂੰ ਹਰ 2.5 ਤੋਂ 3 ਘੰਟੇ ਬਾਅਦ ਕੁਛ ਨਾ ਕੁਛ ਖਾਣ ਨੂੰ ਫਿਊਲ ਦੇ ਰੂਪ ਵਿੱਚ ਮਿਲਦਾ ਰਹੇ ਜੀ। ਤੇ ਜੇ 3 ਮੀਲ ਦੀ ਗੱਲ ਕਰੀਏ ਫਿਰ ਬੋਡੀ ਨਹੀਂ ਬਣਨੀ।
ਜੀ ਬਿਲਕੁਲ ਠੀਕ ਗੱਲ ਹੈ। ਤੇ ਜਿਸ ਤਰ੍ਹਾਂ ਤੁਸੀਂ ਡਰਾਈ ਫਰੂਟਸ ਦੀ ਗੱਲ ਕੀਤੀ ਜੀ। ਤੇ ਆਮ ਤੌਰ ਤੇ ਕਹਿੰਦੇ ਆ ਕਿ ਸਰਦੀਆਂ ਹੈ ਤੇ ਡਰਾਈ ਫਰੂਟਸ ਤੁਸੀਂ ਖਾ ਲਓ ਤੁਹਾਨੂੰ ਠੀਕ ਰਹਿਣਗੇ, ਪਰ ਜਿਸ ਤਰ੍ਹਾਂ ਗਰਮੀਆਂ ਚੱਲ ਰਹੀਆਂ, ਗਰਮੀਆਂ ਦੇ ਵਿੱਚ ਅਸੀਂ ਡਰਾਈ ਫਰੂਟ ਖਾਵਾਂਗੇ ਤੇ ਗਰਮ ਹੈ ਤਸੀਰ ਤੇ ਨੁਕਸਾਨ ਪਹੁੰਚਾਉਣਗੇ ਸਰੀਰ ਨੂੰ। ਦੇਖੋ ਇਹਦੇ ਵਿੱਚ ਇਹ ਹੁੰਦਾ ਵੀ ਕਦੀ ਵੀ ਜਿਹੜਾ ਕੋਈ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗਾ ਕਿਉਂਕਿ ਐਗਜ਼ਾਮਪਲ ਨਾਲ ਜਲਦੀ ਸਮਝ ਆਉਂਦਾ। ਕੋਈ ਬੰਦਾ ਡਰਿੰਕ ਕਰਦਾ ਉਹ ਗਰਮੀ ਸਰਦੀ ਕਦੀ ਨਹੀਂ ਦੇਖਦਾ ਜਦ ਕਿ ਉਹਦੇ ਬਾਹਰ ਵੀ ਲਿਖਿਆ ਹੁੰਦਾ। ਕੋਈ ਹੋਰ ਗਲਤ ਚੀਜ਼ ਯੂਜ਼ ਕਰ ਰਿਹਾ ਉਹ ਕਦੀ ਗਰਮੀ ਸਰਦੀ ਨਾਲ ਉਹਨੂੰ ਕੰਪੇਅਰ ਨਹੀਂ ਕਰਦਾ। ਇਹਨਾਂ ਚੀਜ਼ਾਂ ਨੂੰ ਕੰਪੇਅਰ ਕਿਉਂ ਕੀਤਾ ਜਾਂਦਾ? ਕਿਉਂਕਿ ਜਿਹੜੀ ਐਜੂਕੇਸ਼ਨ ਆ ਉਹਦੀ ਕਮੀ ਆ ਸਮਾਜ 'ਚ, ਉਸ ਚੀਜ਼ ਨੂੰ ਸਮਝਾਇਆ ਨਹੀਂ ਜਾ ਰਿਹਾ। ਸਭ ਤੋਂ ਪਹਿਲਾਂ ਤੁਸੀਂ ਗਰਮੀ ਦੀ ਗੱਲ ਕਰਦੇ, ਗਰਮੀ ਕੀ ਹੁੰਦੀ ਹੈ ਇਹਨਾਂ ਵਿੱਚ? ਜਿੱਦਾਂ ਵੀ ਕੋਈ ਡਰਾਈ ਫਰੂਟ ਆ, ਮੰਨ ਲਓ ਕੋਈ ਬਦਾਮ, ਅਖਰੋਟ ਆ, ਤੁਸੀਂ ਦੇਖਦੇ ਹੋ ਉਹਨਾਂ ਦੇ ਡਸਟ ਹੁੰਦੀ, ਪਤਾ ਨਹੀਂ ਕਿੱਥੋਂ ਪੈਕਿੰਗ ਹੋ ਕੇ ਆਉਂਦੀ ਆ, ਕਿੱਥੋਂ ਕਿਹੜੇ ਹੱਥਾਂ 'ਚੋਂ, ਕਿਹੜੀਆਂ ਮਸ਼ੀਨਾਂ 'ਚੋਂ, ਕਿੱਥੋਂ ਬੋਰੀ 'ਚ ਆਉਂਦਾ, ਕਿੱਦਾਂ ਆ ਰਿਹਾ ਸਾਨੂੰ ਪਤਾ ਨਹੀਂ। ਸਾਰੀ ਡਸਟ ਆ, ਅਸੀਂ ਉਹਨੂੰ ਵੈਸੇ ਹੀ ਖਾ ਲਿਆ ਤਾਂ ਡਸਟ ਸਾਡੇ ਅੰਦਰ ਚਲੀ ਗਈ। ਹੁਣ ਤੁਸੀਂ ਦੇਖੋਗੇ ਡਸਟ ਸਾਨੂੰ ਇਨਫੈਕਸ਼ਨ ਕਰੂਗੀ, ਗਰਮੀ ਕਰੂਗੀ, ਕੀ ਫਾਇਦਾ ਕਰੂਗੀ? ਸਭ ਤੋਂ ਪਹਿਲਾਂ ਅਸੀਂ ਕੋਈ ਵੀ ਡਰਾਈ ਫਰੂਟ ਲਿਆਉਂਦੇ ਆ ਉਹਨੂੰ ਆਪਣੀ ਸੇਫ ਸਾਈਡ ਲਈ, ਜੋ ਮੈਂ ਅੱਜ ਤੱਕ ਫੀਲ ਕੀਤਾ ਕਿ ਉਹਨੂੰ ਕੁਛ ਘੰਟੇ 6 ਤੋਂ 8 ਘੰਟੇ ਭਿਗੋ ਕੇ ਰੱਖੋ। ਉਹਦੇ ਨਾਲ ਦੋ ਚੀਜ਼ਾਂ ਦਾ ਬੈਨੀਫਿਟ ਹੋ ਜਾਂਦਾ। ਸਭ ਤੋਂ ਪਹਿਲਾਂ ਉਹ ਵਾਸ਼ ਵੀ ਹੋ ਜਾਂਦਾ, ਉਹਦੀ ਡਸਟ ਜਿਹੜੀ ਆ, ਬੈਡ ਜਿਹੜੇ ਉੱਤੇ ਪਾਰਟੀਕਲ ਲੱਗੇ ਹੋਏ ਉਹ ਬਾਹਰ ਨਿਕਲ ਜਾਂਦੇ, ਵਾਸ਼ ਹੋ ਜਾਂਦੇ। ਦੂਸਰਾ, ਜੇ ਕਿਸੇ ਨੂੰ ਲੱਗ ਰਿਹਾ ਉਹਦੀ ਤਸੀਰ ਗਰਮ ਆ ਉਹ ਵੀ ਨਾਰਮਲ ਹੋ ਜਾਂਦੀ ਆ। ਤੇ ਹੁਣ ਇਹ ਨਹੀਂ ਹੁੰਦਾ ਕਿ ਜੇ ਤਸੀਰ ਗਰਮ ਆ ਤੁਸੀਂ ਬਦਾਮ ਦਾ ਛਿਲਕਾ ਉਤਾਰ ਲਿਆ ਸਾਰਾ ਕੁਝ ਛਿਲਕੇ ਚਲੇ ਗਿਆ, ਨਹੀਂ। ਫਿਰ ਇਦਾਂ ਦੇ ਹੋਵੇ ਸੰਤਰੇ ਦਾ ਛਿਲਕਾ ਵੀ ਨਾਲ ਹੀ ਖਾਓ, ਨਹੀਂ ਉਹ ਨਹੀਂ ਹੁੰਦਾ। ਉਹ ਸਿਰਫ ਇਹ ਆ ਕਿ ਸਫਾਈ ਹੋ ਜਾਂਦੀ ਆ। ਤੇ ਜੇ ਕਿਸੇ ਨੂੰ ਤਸੀਰ ਗਰਮ ਦੀ ਕੋਈ ਪ੍ਰੋਬਲਮ ਆ ਰਹੀ ਤਾਂ ਉਹ ਤਸੀਰ ਜਿਹੜੀ ਆ ਉਹ ਥੋੜੀ ਦੇਰ ਮਤਲਬ ਰਿਮੂਵ ਹੋਣ ਤੋਂ ਬਾਅਦ ਥੋੜਾ ਜਿਹਾ ਉਹਦਾ ਜਿਹੜਾ ਅਸਰ ਆ ਉਹ ਘਟ ਜਾਂਦਾ। ਤੇ ਜੇ ਐਨਰਜੀ ਦੀ ਅਸੀਂ ਉਹ ਗੱਲ ਕਰੀ ਨਾ ਕਿ ਗਰਮੀ ਕੀ ਆ, ਇੱਕ ਐਨਰਜੀ ਆ। ਉਹ ਐਨਰਜੀ ਤੁਸੀਂ ਜਿੰਨੀ ਯੂਜ਼ ਕਰ ਲਓਗੇ ਉਨੀ ਹੀ ਤੁਹਾਡੇ ਲਈ ਫਾਇਦੇਮੰਦ ਆ। ਜਦੋਂ ਹੁਣ ਅਸੀਂ ਬਦਾਮ, ਅਖਰੋਟ ਜਾਂ ਡਰਾਈ ਫਰੂਟ ਖਾ ਕੇ ਅਸੀਂ ਫਿਜ਼ੀਕਲ ਐਕਟੀਵਿਟੀ ਨਹੀਂ ਕਰਨੀ ਜਾਂ ਉਹਨਾਂ ਨੂੰ ਲੋੜ ਤੋਂ ਜ਼ਿਆਦਾ ਖਾ ਲੈਣਾ, ਫਿਰ ਤਾਂ ਉਹੋ ਹੀ ਐਨਰਜੀ ਤੁਹਾਡੇ ਲਈ ਸਾਈਡ ਇਫੈਕਟ ਦਾ ਕਾਰਨ ਬਣਦੀ ਆ। ਹੁਣ ਜੇ ਅਸੀਂ ਇੱਕ ਗੱਲ ਸੋਚੀਏ ਕਿ ਬਦਾਮ ਪੈਦਾ ਕਿਹਨੇ ਕੀਤੇ? ਕੁਦਰਤ ਨੇ। ਕੁਦਰਤ ਗਲਤ ਹੋ ਸਕਦੀ ਕਿ ਅਸੀਂ ਇਨਸਾਨ ਗਲਤ? ਅਸੀਂ ਇਨਸਾਨ ਗਲਤ ਆ, ਮੈਂ ਖੁਦ ਗਲਤ ਆ। ਕੁਦਰਤ ਦੇ ਜਿੰਨੇ ਬਣਾਏ ਸੋਰਸ ਆ ਸਾਡੇ ਫਾਇਦੇ ਲਈ ਆ। ਹੁਣ ਕੁਦਰਤ ਨੇ ਬੜੀ ਵਧੀਆ ਚੀਜ਼ ਬਣਾਈ ਕਿ ਇਨਸਾਨ ਨੂੰ 6 ਦੇ 6 ਮਹੀਨੇ ਇੱਕੋ ਚੀਜ਼ ਨਹੀਂ ਖਾਣ ਲਈ ਦਿੰਦਾ। ਸਰਦੀਆਂ ਦੇ ਫਲ ਸਰਦੀਆਂ 'ਚ ਆਉਂਦੇ, ਉਹਨੂੰ ਫਿਰ ਰਿਲੈਕਸੇਸ਼ਨ ਦੇਣ ਲਈ ਉਹਨੂੰ ਗਰਮੀਆਂ ਦੇ ਫਲ ਮਿਲਦੇ ਆ। ਸਾਨੂੰ ਇਨਸਾਨਾਂ ਨੂੰ ਕੁਦਰਤ ਨੇ ਹਰ ਚੀਜ਼ ਦਿੱਤੀ ਹੋਈ, ਬਟ ਅਸੀਂ ਆਪਣੇ ਤਰੀਕੇ ਜਦੋਂ ਚਲਾਉਂਦੇ ਆ, ਆਪਣਾ ਦਿਮਾਗ ਲੜਾਉਂਦੇ, ਫਿਰ ਅਸੀਂ ਪ੍ਰੋਬਲਮ 'ਚ ਫਸਦੇ ਹਾਂ ਕਿ ਕੁਦਰਤ ਨੇ ਸਾਡੇ ਲਈ ਬਦਾਮ, ਅਖਰੋਟ, ਜਿੰਨੇ ਡਰਾਈ ਫਰੂਟ ਬਣਾਏ ਉਹਨਾਂ ਨੂੰ ਬੈਲੈਂਸ 'ਚ ਰਹਿ ਕੇ ਖਾਣ ਲਈ ਕਿਹਾ ਆ। ਉਹਨਾਂ ਨੂੰ ਚੰਗੇ ਤਰੀਕੇ ਵਾਸ਼ ਕਰਕੇ ਧੋ ਕੇ ਖਾਓ। ਦੂਸਰਾ, ਜਿੰਨਾ ਮੈਨੂੰ ਜ਼ਰੂਰਤ ਆ ਜਾਂ ਜਿੰਨੀ ਤੁਹਾਨੂੰ ਜ਼ਰੂਰਤ ਆ ਜਾਂ ਦੇਖਣ ਵਾਲਿਆਂ ਨੂੰ ਜਿੰਨੀ ਜ਼ਰੂਰਤ ਆ ਉਹ ਆਪਣੀ ਬੋਡੀ ਦੇ ਮੁਤਾਬਕ ਖਾਣੇ। ਇਹ ਨਹੀਂ ਕਿ ਡਰਾਈ ਫਰੂਟ ਪਿਆ ਉਹਨੂੰ ਚੱਕਿਆ ਖਾ ਲਿਆ, ਪਤਾ ਨਹੀਂ ਉਹ ਕਿੱਥੋਂ ਆਇਆ ਕੀ। ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੁਸੀਂ ਹਰ ਚੀਜ਼ ਡਰਾਈ ਫਰੂਟ ਰਿਲੇਟਡ ਬਦਾਮ, ਅਖਰੋਟ ਖਾ ਸਕਦੇ, ਬਟ ਇੱਕ ਬੈਲੈਂਸ 'ਚ ਰਹਿ ਕੇ। ਜੀ ਮਤਲਬ ਬੈਲੈਂਸ 'ਚ ਰਹਿ ਕੇ ਜੇ ਕੰਮ ਕਰਦੇ ਆ ਤਾਂ ਹੀ ਉਹਦਾ ਫਾਇਦਾ ਸਾਨੂੰ ਹੋ ਸਕਦਾ ਹੈ। ਹਰਮਿੰਦਰ ਦੁਲੋਵਾਲ ਜੀ, ਤੁਸੀਂ ਸਾਡੇ ਪੰਜਾਬ 1 TV ਦੇ ਸਟੂਡੀਓ ਦੇ ਵਿੱਚ ਆਏ, ਤੁਸੀਂ ਫਿਟਨੈਸ ਨੂੰ ਲੈ ਕੇ ਬਹੁਤ ਵਧੀਆ ਗੱਲਾਂ ਸ਼ੇਅਰ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। For more updates, download Punjab 1 TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।